ਜੋਗਰਾਫੀ ਪੜ੍ਹ ਰਹੇ, ਜੋਗਰਾਫੀ ਪੜ੍ਹਾ ਰਹੇ ਮੇਰੇ ਬਹੁਤ ਹੀ ਸਤਿਕਾਰਯੋਗ ਅਧਿਆਪਕ ਸਾਥੀਓ ਅਤੇ ਪਿਆਰੇ ਵਿਦਿਆਰਥੀਓ, ਸਤਿ ਸ਼੍ਰੀ ਅਕਾਲ। ਅੱਜ ਅਸੀਂ +1 ਜੋਗਰਾਫੀ ਦਾ ਜਿਹੜਾ ਸਾਡਾ ਪਹਿਲਾ ਅਧਿਆਇ ਆ, ਉਹਦੇ ਵਿੱਚ ਅਸੀਂ ਪੜ੍ਹਾਂਗੇ ਪ੍ਰਿਥਵੀ ਦੀਆਂ ਗਤੀਆਂ। ਪਿਆਰੇ ਵਿਦਿਆਰਥੀਓ, ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਧਰਤੀ ਆਪਣੇ ਬਾਕੀ ਗ੍ਰਹਿਾਂ ਵਾਂਗ ਸਾਡੇ ਜਿਹੜੇ ਸੂਰਜ ਮੰਡਲ ਦੇ ਬਾਕੀ ਗ੍ਰਹਿਾਂ ਵਾਂਗ ਆਪਣੀ ਧੁਰੀ ਉੱਪਰ ਚੱਲਦੀ ਹੋਈ 2 ਗਤੀਆਂ ਕਰਦੀ ਹੈ। ਜਿੱਦਾਂ ਸੂਰਜ 2 ਗਤੀਆਂ ਕਰਦਾ, ਉੱਦਾਂ ਹੀ ਧਰਤੀ ਹੈ ਜਿਹੜੀ ਉਹ 2 ਗਤੀਆਂ ਕਰਦੀ ਆ। ਅਸੀਂ ਅੱਜ ਸਮਝਾਂਗੇ ਵੀ ਧਰਤੀ ਦੀਆਂ 2 ਗਤੀਆਂ ਦੇ ਨਾਲ ਸਾਡੇ ਜੀਵਨ ਦੇ ਉੱਪਰ ਕੀ ਪ੍ਰਭਾਵ ਪੈਂਦੇ ਆ ਅਤੇ ਅਸੀਂ ਕਿੱਦਾਂ ਇਹਨਾਂ ਪ੍ਰਭਾਵਾਂ ਨੂੰ ਜਿਹੜਾ ਵਾ ਅਸੀਂ ਉਹ ਮਹਿਸੂਸ ਕਰਦੇ ਹਾਂ। ਤਾਂ ਪ੍ਰਿਥਵੀ ਉੱਤੇ ਜੀਵਨ ਜਿਹੜਾ ਹੈਗਾ ਉਹ ਸੂਰਜ ਕਰਕੇ ਹੀ ਜਿਹੜਾ ਆਪਾਂ ਕਹਿ ਸਕਦੇ ਹਾਂ ਵੀ ਉਹ ਚੱਲ ਰਿਹਾ ਵਾ। ਸੂਰਜ ਹੈ ਜਿਹੜਾ ਉਹ ਧਰਤੀ ਉੱਪਰ ਊਰਜਾ ਅਤੇ ਜਿਹੜਾ ਰੌਸ਼ਨੀ ਦਾ ਵਾ ਉਹ ਸੋਮਾ ਵਾ, ਅਤੇ ਧਰਤੀ ਇੱਕ ਨਿਸ਼ਚਿਤ ਗ੍ਰਹਿ ਪਥ ਦੇ ਉੱਪਰ ਚੱਲਦੀ ਹੋਈ ਸੂਰਜ ਦੁਆਲੇ ਚੱਕਰ ਪੂਰਾ ਕਰਦੀ ਆ। ਇਸ ਦੌਰਾਨ ਧਰਤੀ 2 ਗਤੀਆਂ ਨੇ ਜਿਹੜੀਆਂ ਉਹ ਆਪਣੇ ਪੂਰਾ ਕਰਦੀ ਆ, 2 ਗਤੀਆਂ ਦੇ ਅਨੁਸਾਰ ਚੱਲਦੀ ਆ। ਤਾਂ ਉਹਦੇ ਵਿੱਚ ਪਹਿਲੀ ਗਤੀ ਹੈਗੀ ਆ ਜਿਹੜੀ ਦੈਨਿਕ ਗਤੀ। ਜਿੱਦਾਂ ਦੈਨਿਕ ਸ਼ਬਦ ਹੈਗਾ ਵਾ, ਉਹ ਦੈਨਿਕ ਸ਼ਬਦ ਤੋਂ ਸਾਨੂੰ ਪਤਾ ਲੱਗਦਾ ਜਿੱਦਾਂ ਦਿਨ। ਪ੍ਰਿਥਵੀ ਆਪਣੀ ਧੁਰੀ ਦੇ ਉੱਪਰ ਚੱਲਦੀ ਹੋਈ 66.5 ਡਿਗਰੀ ਦੇ ਕੋਣ ਦੇ ਉੱਪਰ ਝੁਕੀ ਹੋਈ ਆ, ਅਤੇ ਧਰਤੀ ਆਪਣੀ ਧੁਰੀ ਦੁਆਲੇ ਇੱਕ ਚੱਕਰ ਪੂਰਾ ਕਰਦੀ ਹੈ, ਜਿਹਨੂੰ ਅਸੀਂ ਦੈਨਿਕ ਗਤੀ ਰੋਟੇਸ਼ਨ ਕਹਿੰਦੇ ਹਾਂ। ਪ੍ਰਿਥਵੀ 'ਤੇ ਆਪਣੀ ਧੁਰੀ ਦੁਆਲੇ ਘੁੰਮਣ ਦੀ ਗਤੀ ਨੂੰ ਦੈਨਿਕ ਗਤੀ ਕਿਹਾ ਜਾਂਦਾ। ਧਰਤੀ ਦੀ ਇਹ ਗਤੀ ਕਾਫੀ ਤੇਜ਼ ਰਫ਼ਤਾਰ ਦੇ ਵਿੱਚ ਧਰਤੀ ਜਿਹੜੀ ਘੁੰਮਦੀ ਆ। ਸਾਨੂੰ ਧਰਤੀ ਦੇ ਉੱਪਰ ਬੈਠ ਕੇ ਇਸ ਤਰੀਕੇ ਦਾ ਮਹਿਸੂਸ ਨਹੀਂ ਹੁੰਦਾ ਹੈਗਾ ਵੀ ਜਿਹੜੀ ਧਰਤੀ ਆ ਉਹ ਘੁੰਮ ਰਹੀ ਆ। ਕਿਉਂ? ਇਹਦਾ ਜਵਾਬ ਅਸੀਂ ਇਸ ਤਰੀਕੇ ਦੇ ਨਾਲ ਸਮਝਾਂਗੇ, ਜਿੱਦਾਂ ਅਸੀਂ ਕਿਸੇ ਤੇਜ਼ ਰਫ਼ਤਾਰ ਟ੍ਰੇਨ ਦੇ ਵਿੱਚ ਬੈਠੇ ਹਾਂ ਜਾਂ ਕਿਸੇ ਤੇਜ਼ ਰਫ਼ਤਾਰ ਬੱਸ ਦੇ ਵਿੱਚ ਬੈਠੇ ਹਾਂ, ਤਾਂ ਸਾਨੂੰ ਜਿਹੜੀ ਟ੍ਰੇਨ ਆ ਜਾਂ ਜਿਹੜੀ ਬੱਸ ਆ ਉਹਦੇ ਵਿੱਚ ਇਹ ਮਹਿਸੂਸ ਹੁੰਦਾ ਵਾ ਵੀ ਜਿਹੜੀ ਅਸੀਂ ਬੈਠੇ ਹਾਂ, ਨਾ ਕਿ ਚੱਲ ਰਹੇ ਹਾਂ। ਅਸਲ ਦੇ ਵਿੱਚ ਜਿਹੜੀ ਟ੍ਰੇਨ ਜਾਂ ਬੱਸ ਆ ਉਹ ਆਪਣੀ ਜਿਹੜੀ ਇੱਕ ਨਿਸ਼ਚਿਤ ਗਤੀ ਦੇ ਉੱਪਰ ਜਿਹੜੀ ਉਹ ਅੱਗੇ ਵਧ ਰਹੀ ਹੁੰਦੀ ਆ। ਜਦੋਂ ਅਸੀਂ ਖਿੜਕੀਆਂ ਦੇ ਉੱਪਰੋਂ ਬਾਹਰਲੇ ਪਾਸੇ ਅਸੀਂ ਦੇਖਦੇ ਹਾਂ ਤਾਂ ਸਾਨੂੰ ਇੰਝ ਮਹਿਸੂਸ ਹੁੰਦਾ ਵੀ ਜਿਹੜੇ ਆਸ-ਪਾਸ ਦੇ ਦਰਖਤ ਨੇ, ਆਸ-ਪਾਸ ਦੇ ਘਰ ਨੇ, ਉਹ ਬੜੀ ਤੇਜ਼ ਗਤੀ ਦੇ ਨਾਲ ਪਿੱਛੇ ਨੂੰ ਜਾ ਰਹੇ ਨੇ। ਪਰ ਹੁੰਦਾ ਤਾਂ ਇਸ ਤੋਂ ਉਲਟ। ਜਦੋਂ ਅਸੀਂ ਇਸ ਚੀਜ਼ ਨੂੰ ਸਮਝਦੇ ਹਾਂ ਤਾਂ ਸਾਨੂੰ ਇਹਦਾ ਜਿਹੜਾ ਅਹਿਸਾਸ ਇਸ ਤਰੀਕੇ ਦੇ ਨਾਲ ਹੁੰਦਾ ਵੀ ਸਾਰੀਆਂ ਚੀਜ਼ਾਂ ਪਿੱਛੇ ਜਾ ਰਹੀਆਂ ਨੇ, ਪਰ ਹੁੰਦਾ ਕੀ ਆ ਵੀ ਅਸੀਂ ਬੱਸ ਦੇ ਵਿੱਚ ਅੱਗੇ ਜਾ ਰਹੇ ਹੁੰਦੇ ਹਾਂ। ਤਾਂ ਧਰਤੀ ਦੇ ਉੱਪਰ ਬੈਠ ਕੇ ਸਾਨੂੰ ਧਰਤੀ ਦੇ ਘੁੰਮਣ ਦਾ ਪਤਾ ਨਹੀਂ ਲੱਗਦਾ, ਕਿਉਂਕਿ ਧਰਤੀ ਬਹੁਤ ਵੱਡੀ ਆ। ਧਰਤੀ ਦਾ ਜਿਹੜਾ ਇੱਕ ਚੱਕਰ ਆ ਉਹ ਧਰਤੀ 24 ਘੰਟਿਆਂ ਦੇ ਵਿੱਚ ਪੂਰਾ ਕਰਦੀ ਆ। ਲਗਭਗ 24 ਘੰਟਿਆਂ ਦਾ ਜਿਹੜਾ ਸਮਾਂ ਵਾ ਉਹ ਲੱਗ ਜਾਂਦਾ ਵਾ। ਇਸ ਗ੍ਰਹਿ ਪੱਥ ਜਾਂ ਇਸ ਧੁਰੀ ਦੇ ਉੱਪਰ ਚੱਲਦੀ ਹੋਈ ਧਰਤੀ ਜਿਹੜੀ ਰਫ਼ਤਾਰ ਆ ਉਹ 1600 ਕਿਲੋਮੀਟਰ ਪ੍ਰਤੀ ਘੰਟਾ, ਮਤਲਬ ਬਹੁਤ ਜ਼ਿਆਦਾ ਰਫ਼ਤਾਰ ਆ, ਪਰ ਸਾਨੂੰ ਮਹਿਸੂਸ ਨਹੀਂ ਹੁੰਦੀ। ਕਿਉਂ ਨਹੀਂ ਮਹਿਸੂਸ ਹੁੰਦੀ? ਕਿਉਂਕਿ ਧਰਤੀ ਦਾ ਜਿਹੜਾ ਆਕਾਰ ਆ ਉਹ ਬਹੁਤ ਵੱਡਾ ਵਾ। ਇਸ ਇੱਕ ਚੱਕਰ ਨੂੰ ਪੂਰਾ ਕਰਨ ਦੇ ਵਿੱਚ ਧਰਤੀ ਜਿਹੜਾ 40,000 ਕਿਲੋਮੀਟਰ ਦਾ ਸਫ਼ਰ ਉਹ ਤੈਅ ਕਰ ਲੈਂਦੀ ਆ। ਹੁਣ ਆਪਾਂ ਨੇ ਇਹ ਗੱਲ ਸਮਝ ਚੁੱਕੇ ਹਾਂ ਵੀ ਜਿਹੜੀ ਧਰਤੀ ਆ ਉਹ ਇੱਕ ਚੱਕਰ ਪੂਰਾ ਕਰਦੀ ਆ, ਉਸ ਨੂੰ ਅਸੀਂ ਦੈਨਿਕ ਗਤੀ ਕਹਿੰਦੇ ਹਾਂ, ਆਪਣੀ ਧੁਰੀ ਦੁਆਲੇ ਘੁੰਮ ਰਹੀ ਆ। ਇਹਦੇ ਨਾਲ ਪਹਿਲਾ ਪ੍ਰਭਾਵ ਜਾਂ ਕਹਿ ਦਈਏ ਵੀ ਸਾਨੂੰ ਕਿੱਦਾਂ ਪਤਾ ਲੱਗਦਾ ਵੀ ਧਰਤੀ ਘੁੰਮ ਰਹੀ ਆ, ਤਾਂ ਇਹਦੇ ਨਾਲ ਸਭ ਤੋਂ ਪਹਿਲੀ ਜਿਹੜੀ ਅਸੀਂ ਸਮਝਦੇ ਹਾਂ ਵੀ ਦਿਨ ਅਤੇ ਰਾਤ ਨੇ ਜਿਹੜੇ ਉਹ ਬਣਦੇ ਆ। ਧਰਤੀ ਦੇ ਉੱਪਰ ਦਿਨ ਅਤੇ ਰਾਤ ਤਾਂ ਹੀ ਬਣਦੇ ਨੇ ਜੇਕਰ ਧਰਤੀ ਘੁੰਮਦੀ ਆ। ਜੇਕਰ ਧਰਤੀ ਘੁੰਮਦੀ ਨਾ ਹੁੰਦੀ ਤਾਂ ਪਿਆਰੇ ਵਿਦਿਆਰਥੀਓ, ਜਾਂ ਤਾਂ ਦਿਨ ਹੀ ਹੋਣਾ ਸੀਗਾ ਜਾਂ ਰਾਤ ਹੀ ਹੋਣੀ ਸੀਗੀ। ਪਰ ਧਰਤੀ ਆਪਣੇ ਧੁਰੀ ਦੇ ਉੱਪਰ ਨਿਸ਼ਚਿਤ ਰਫ਼ਤਾਰ ਦੇ ਨਾਲ ਘੁੰਮ ਰਹੀ ਆ। ਜਿਹੜੇ ਹਿੱਸੇ ਸੂਰਜ ਦੇ ਸਾਹਮਣੇ ਆਉਂਦੇ ਆ, ਜਿੱਦਾਂ ਤੁਸੀਂ ਦੇਖ ਪਾ ਰਹੇ ਹੋ ਵੀ ਜਿਹੜੇ ਧਰਤੀ ਦਾ ਜਿਹੜਾ ਹਿੱਸਾ ਸੂਰਜ ਵਾਲੇ ਪਾਸੇ ਹੈਗਾ, ਉੱਧਰਲੇ ਪਾਸੇ ਦਿਨ ਹੋਈ ਜਾਂਦਾ, ਅਤੇ ਧਰਤੀ ਜਿਹੜਾ ਪਾਸਾ ਸੂਰਜ ਤੋਂ ਉਲਟ ਦਿਸ਼ਾ ਵਿੱਚ ਜਾ ਰਿਹਾ ਵਾ, ਉੱਧਰ ਜਿਹੜੀ ਰਾਤ ਆ ਉਹ ਚੱਲ ਰਹੀ ਆ। ਜਿਹੜਾ ਹਿੱਸਾ ਸੂਰਜ ਦੀ ਰੌਸ਼ਨੀ ਪ੍ਰਾਪਤ ਕਰਦਾ, ਉਸ ਹਿੱਸੇ ਦੇ ਉੱਪਰ ਦਿਨ ਚੱਲ ਰਿਹਾ, ਅਤੇ ਜਿਹੜੇ ਹਿੱਸੇ ਦੇ ਉੱਪਰ ਸੂਰਜ ਦੀ ਰੌਸ਼ਨੀ ਨਹੀਂ ਪਹੁੰਚ ਰਹੀ, ਉੱਥੇ ਜਿਹੜਾ ਉਹ ਹਜੇ ਵੀ ਉੱਥੇ ਰਾਤ ਚੱਲਦੀ ਆ। ਪਰ ਇਹ ਰੁਕਦਾ ਨਹੀਂ ਹੈਗਾ, ਕਿਉਂਕਿ ਧਰਤੀ ਲਗਾਤਾਰ ਘੁੰਮਦੀ ਆ। ਜਿਸ ਹਿੱਸੇ 'ਚ ਦਿਨ ਹੈਗਾ, ਹੌਲੀ ਹੌਲੀ ਉੱਥੇ ਰਾਤ ਹੋ ਜਾਣੀ ਆ, ਅਤੇ ਜਿਸ ਹਿੱਸੇ 'ਚ ਰਾਤ ਹੈਗੀ ਆ ਉੱਥੇ ਹੌਲੀ ਹੌਲੀ ਜਿਹੜਾ ਵਾ ਦਿਨ ਆ ਉਹ ਹੋ ਜਾਣਾ। ਅਸੀਂ ਇਸ ਤਰੀਕੇ ਦੇ ਨਾਲ ਵੀ ਸਮਝਦੇ ਹਾਂ ਵੀ ਅਚਾਨਕ ਦਿਨ ਅਤੇ ਅਚਾਨਕ ਰਾਤ ਨਹੀਂ ਹੁੰਦੀ। ਹੌਲੀ ਹੌਲੀ ਜਿਹੜਾ ਦਿਨ ਦੀ ਸ਼ੁਰੂਆਤ ਹੁੰਦੀ ਆ, ਅਤੇ ਹੌਲੀ ਹੌਲੀ ਦਿਨ ਖਤਮ ਹੁੰਦਾ, ਅਤੇ ਹੌਲੀ ਹੌਲੀ ਰਾਤ ਦੀ ਜਿਹੜੀ ਸ਼ੁਰੂਆਤ ਆ ਉਹ ਹੋ ਜਾਂਦੀ ਆ।
ਅੱਛਾ, ਫਿਰ ਜਿਹੜੀ ਸਾਡੀ ਧਰਤੀ ਆ ਉਹ ਇੱਕ ਹੀ ਦਿਸ਼ਾ ਵਿੱਚ ਘੁੰਮਦੀ ਆ। ਮਤਲਬ ਜਿੱਦਾਂ ਅਸੀਂ ਇਹ ਕਹਿੰਦੇ ਆ ਵੀ ਸੂਰਜ ਕਦੇ ਵੀ ਉਲਟ ਦਿਸ਼ਾ ਵੱਲੋਂ ਨਹੀਂ ਆਉਂਦਾ। ਤਾਂ ਕਹਿਣ ਦਾ ਭਾਵ ਵੀ ਧਰਤੀ ਜਦੋਂ ਦੀ ਧਰਤੀ ਹੋਂਦ ਵਿੱਚ ਆਈ ਆ, ਧਰਤੀ ਲਗਾਤਾਰ ਇੱਕ ਪਾਸੇ ਨੂੰ ਹੀ ਜਿਹੜੀ ਆ ਉਹ ਆਪਣੀ ਧੁਰੀ ਦੇ ਉੱਪਰ ਘੁੰਮ ਰਹੀ ਆ। ਨਿਰੰਤਰ ਇੱਕ ਦਿਸ਼ਾ ਵਿੱਚ ਘੁੰਮਣ ਕਰਕੇ ਧਰਤੀ ਦੇ ਉੱਪਰ ਜਿਹੜੇ ਕਿਹੜੇ ਪ੍ਰਭਾਵ ਸਾਨੂੰ ਦੇਖਣ ਨੂੰ ਮਿਲਦੇ ਆ। ਧਰਤੀ ਦੇ ਘੁੰਮਣ ਦੇ ਨਾਲ ਧਰਤੀ ਦੇ ਉੱਪਰ ਜਿਹੜੀਆਂ ਹਵਾਵਾਂ ਨੇ ਤੇ ਸਮੁੰਦਰ ਦੇ ਅੰਦਰ ਜਿਹੜੀਆਂ ਧਾਰਾਵਾਂ ਨੇ ਉਹ ਕਦੇ ਵੀ ਸਿੱਧੀਆਂ ਨਹੀਂ ਚੱਲਦੀਆਂ। ਜੇਕਰ ਧਰਤੀ ਰੁਕੀ ਹੁੰਦੀ ਤਾਂ ਭੂਮੱਧ ਰੇਖਾ ਤੋਂ ਧਰੁਵਾਂ ਵੱਲ ਨੂੰ, ਭੂਮੱਧ ਰੇਖਾ ਤੋਂ ਉੱਤਰੀ ਧਰੁਵ ਵੱਲ ਨੂੰ ਤੇ ਭੂਮੱਧ ਰੇਖਾ ਤੋਂ ਦੱਖਣੀ ਧਰੁਵ ਵੱਲ ਨੂੰ ਜਿਹੜੀਆਂ ਹਵਾਵਾਂ ਸੀਗੀਆਂ ਉਹ ਸਿੱਧੀਆਂ ਚੱਲਣੀਆਂ ਸੀ। ਪਰ ਕਿਉਂਕਿ ਧਰਤੀ ਘੁੰਮ ਰਹੀ ਆ ਤਾਂ ਫਿਰ ਹੁੰਦਾ ਕੀ ਆ, ਧਰਤੀ ਦੇ ਘੁੰਮਣ ਦੇ ਨਾਲ ਪੌਣਾ ਫੈਰਲ ਦੇ ਨਿਯਮ ਅਨੁਸਾਰ ਉੱਤਰੀ ਧਰੁਵ ਦੇ ਵਿੱਚ ਸੱਜੇ ਹੱਥ ਤੇ ਦੱਖਣੀ ਧਰੁਵ ਦੇ ਵਿੱਚ ਖੱਬੇ ਹੱਥ ਮੁੜ ਜਾਂਦੀਆਂ ਨੇ। ਇਸ ਘਟਨਾ ਨੂੰ ਕਾਰਲਿਸ ਇਫੈਕਟ ਜਿਹੜਾ ਵਾ ਉਹ ਕਿਹਾ ਜਾਂਦਾ ਵਾ। ਆਉਣ ਵਾਲੇ ਅਧਿਆਇਆਂ ਦੇ ਵਿੱਚ ਤੁਸੀਂ ਇਹਨੂੰ ਡਿਟੇਲ ਦੇ ਵਿੱਚ ਪੜ੍ਹੋਗੇ। ਹੁਣ ਜਿਹੜਾ ਇਹ ਪ੍ਰਭਾਵ ਕਿਉਂ ਹੋ ਰਿਹਾ, ਕਿਉਂਕਿ ਧਰਤੀ ਆਪਣੀ ਧੁਰੀ ਦੁਆਲੇ ਜਿਹੜਾ ਵਾ ਉਹ ਚੱਕਰ ਕੱਟ ਰਹੀ ਆ। ਕਿਸ ਸਾਈਡ ਨੂੰ ਚੱਕਰ ਕੱਟ ਰਹੀ ਹੈ ਜਾਂ ਕਹਦੀ ਕਿਸ ਪਾਸੇ ਨੂੰ ਚੱਕਰ ਕੱਟ ਰਹੀ ਹੈ? ਪੱਛਮ ਤੋਂ ਪੂਰਬ ਵਾਲੇ ਪਾਸੇ ਨੂੰ ਧਰਤੀ ਹੈ ਜਿਹੜੀ ਉਹ ਘੁੰਮਦੀ ਆ। ਹਾਂ, ਇੱਥੇ ਆਪਾਂ ਨੂੰ ਇੱਕ ਚੀਜ਼ ਯਾਦ ਆਉਂਦੀ ਆ ਵੀ ਸੂਰਜ ਵੀ ਪੱਛਮ ਤੋਂ ਪੂਰਬ ਦਿਸ਼ਾ ਵੱਲ ਨੂੰ ਜਿਹੜਾ ਵਾ ਉਹ ਇੱਕ ਚੱਕਰ ਪੂਰਾ ਕਰਦਾ, ਧਰਤੀ ਵੀ ਇਸ ਤਰੀਕੇ ਦੇ ਨਾਲ ਕਰਦੀ ਆ। ਪਰ ਇਹ ਜ਼ਰੂਰੀ ਨਹੀਂ ਵੀ ਬਾਕੀ ਗ੍ਰਹਿ ਵੀ ਇਸ ਤਰੀਕੇ ਦੇ ਨਾਲ ਹੀ ਘੁੰਮਦੇ ਨੇ। ਉਹਨਾਂ ਦੇ ਘੁੰਮਣ ਦੀ ਜਿਹੜੀ ਦਿਸ਼ਾ ਵਾ ਉਹ ਅਲੱਗ-ਅਲੱਗ ਆ। ਇੱਥੇ ਸਾਨੂੰ ਯਾਦ ਰੱਖਣਾ ਸੌਖਾ ਹੋ ਜਾਊਗਾ ਵੀ ਧਰਤੀ ਪੱਛਮ ਤੋਂ ਪੂਰਬ ਵੱਲ ਨੂੰ ਘੁੰਮਦੀ ਆ। ਇਹ ਸਾਨੂੰ ਕਿੱਦਾਂ ਮਹਿਸੂਸ ਹੁੰਦਾ? ਜਿੱਦਾਂ ਸੂਰਜ ਜਿਹੜਾ ਵਾ ਉਹ ਪੂਰਬ ਵਾਲੇ ਪਾਸਿਓਂ ਸਾਨੂੰ ਅਸੀਂ ਕਹਿੰਦੇ ਸੂਰਜ ਪੂਰਬ ਪਾਸਿਓਂ ਚੜ੍ਹਿਆ ਤੇ ਪੱਛਮ ਵਾਲੇ ਪਾਸੇ ਜਿਹੜਾ ਵਾ ਉਹ ਛਿਪ ਗਿਆ। ਪਰ ਅਸਲ ਦੇ ਵਿੱਚ ਧਰਤੀ ਹੈ ਜਿਹੜੀ ਉਹ ਪੱਛਮ ਵਾਲੇ ਪਾਸਿਓਂ ਪੂਰਬ ਵਾਲੇ ਪਾਸੇ ਨੂੰ ਘੁੰਮ ਰਹੀ ਹੁੰਦੀ ਹੈ ਤੇ ਲਗਾਤਾਰ ਧਰਤੀ ਹੈ ਜਿਹੜੀ ਉਹ ਇੱਕ ਦਿਸ਼ਾ ਵੱਲ ਨੂੰ ਹੀ ਘੁੰਮ ਰਹੀ ਹੈ। ਧਰਤੀ ਦੇ ਉੱਪਰ ਗੁਰੂਤਾ ਬਲ ਜਿਹੜਾ ਵਾ ਉਹ ਵੱਧਦਾ ਤੇ ਘਟਦਾ। ਪਿਆਰੇ ਵਿਦਿਆਰਥੀ, ਤੁਹਾਨੂੰ ਸਾਰਿਆਂ ਨੂੰ ਸਾਨੂੰ ਪਤਾ ਹੀ ਆ ਵੀ ਧਰਤੀ ਦੇ ਵਿੱਚ ਗੁਰੂਤਾ ਖਿੱਚ ਸ਼ਕਤੀ ਹੈਗੀ ਆ ਜਿਹੜੀ ਧਰਤੀ ਦੇ ਉੱਪਰ ਸਾਰੀਆਂ ਚੀਜ਼ਾਂ ਨੂੰ ਆਪਣੇ ਵੱਲ ਖਿੱਚ ਕੇ ਰੱਖਦੀ ਆ। ਸਾਡਾ ਜਿਹੜਾ ਵਾਯੂਮੰਡਲ ਆ ਉਹ ਧਰਤੀ ਤੋਂ ਦੂਰ ਕਿਉਂ ਨਹੀਂ ਚਲਾ ਜਾਂਦਾ? ਕਿਉਂਕਿ ਸਾਡੀ ਧਰਤੀ ਹੈ ਜਿਹੜੀ ਉਹ ਸਾਡੇ ਵਾਯੂਮੰਡਲ ਨੂੰ ਵੀ ਆਪਣੇ ਨਾਲ ਜੋੜ ਕੇ ਰੱਖਦੀ ਆ। ਜਿਵੇਂ ਜਿਵੇਂ ਧਰਤੀ ਮੂਵ ਕਰਦੀ ਆ, ਜਿਵੇਂ ਜਿਵੇਂ ਧਰਤੀ ਅੱਗੇ ਵੱਧਦੀ ਆ, ਸਾਡਾ ਵਾਯੂਮੰਡਲ ਵੀ ਸਾਡੇ ਨਾਲ ਹੀ ਚੱਲਦਾ ਵਾ। ਪਰ ਧਰਤੀ ਦੀ ਜਿਹੜੀ ਗੁਰੂਤਾ ਖਿੱਚ ਸ਼ਕਤੀ ਆ ਉਹਦੇ ਵਿੱਚ ਵਾਧਾ ਘਾਟਾ ਹੁੰਦਾ। ਤਾਂ ਇਹ ਵਾਧਾ ਘਾਟਾ ਕਿਸ ਤਰੀਕੇ ਦੇ ਨਾਲ ਹੁੰਦਾ ਅਸੀਂ ਇਹਨੂੰ ਸਮਝਾਂਗੇ। ਹੁਣ ਸਾਨੂੰ ਇਹ ਪਤਾ ਹੈ ਵੀ ਸਾਡੀ ਧਰਤੀ ਸੂਰਜ ਦੁਆਲੇ ਚੱਕਰ ਲਾਉਂਦੀ ਹੈ, ਕਿਉਂਕਿ ਧਰਤੀ ਸੂਰਜ ਦਾ ਹੀ ਟੁਕੜਾ ਆਪਾਂ ਪੜ੍ਹਦੇ ਹਾਂ ਤੇ ਚੰਦਰਮਾ ਵਾ ਜਿਹੜਾ ਉਹ ਧਰਤੀ ਦਾ ਚੱਕਰ ਲਾਉਂਦਾ, ਕਿਉਂਕਿ ਚੰਦਰਮਾ ਧਰਤੀ ਦਾ ਟੁਕੜਾ ਅਸੀਂ ਪੜ੍ਹਦੇ ਹਾਂ। ਤਾਂ ਹੁਣ ਜਦੋਂ ਚੰਦਰਮਾ ਧਰਤੀ ਦੇ ਆਲੇ ਦੁਆਲੇ ਚੱਕਰ ਪੂਰਾ ਕਰਦਾ, ਉਸੇ ਦੌਰਾਨ ਧਰਤੀ ਸੂਰਜ ਦੁਆਲੇ ਜਿਹੜਾ ਵਾ ਉਹ ਚੱਕਰ ਪੂਰਾ ਕਰਦੀ ਹੈ। ਤਾਂ ਜਦੋਂ ਵੀ ਇਹ ਸੂਰਜ, ਚੰਦਰਮਾ ਤੇ ਧਰਤੀ ਇੱਕ ਲਾਈਨ ਦੇ ਵਿੱਚ ਜਾਂ ਕਹਿ ਦਈਏ ਇੱਕ ਦਿਸ਼ਾ ਦੇ ਵਿੱਚ ਆ ਜਾਂਦੇ ਨੇ ਤਾਂ ਧਰਤੀ ਦੇ ਉੱਪਰ ਸਭ ਤੋਂ ਜ਼ਿਆਦਾ ਜਿਹੜੀ ਮਾਤਰਾ 'ਚ ਪਾਇਆ ਜਾਣ ਵਾਲਾ ਵਾ ਉਹ ਕਿਹੜਾ ਪਦਾਰਥ ਆ? ਉਹ ਪਾਣੀ ਆ। ਤਾਂ ਪਾਣੀ ਆ ਜਿਹੜਾ ਇਸ ਗੁਰੂਤਾ ਖਿੱਚ ਸ਼ਕਤੀ ਕਰਕੇ ਇੱਕ ਪਾਸੇ ਨੂੰ ਜਿਹੜਾ ਵਾ ਉਹ ਖਿੱਚਿਆ ਜਾਂਦਾ ਵਾ। ਤਾਂ ਇਹ ਘਟਨਾ ਕਈ ਵਾਰ ਵਾਪਰਦੀ ਆ ਜਿਹਨੂੰ ਅਸੀਂ ਜਵਾਰ ਭੱਟ ਦੇ ਨਾਮ ਤੋਂ ਜਾਣਦੇ ਹਾਂ। ਸਮੁੰਦਰ ਦੇ ਵਿੱਚ ਜਿਹੜੇ ਜਹਾਜ਼ਰਾਨੀ ਜਾਂ ਜਹਾਜ਼ ਜਿਹੜੇ ਚੱਲ ਰਹੇ ਨੇ ਉਹਨਾਂ ਲਈ ਜਵਾਰ ਭੱਟੇ ਦਾ ਬਹੁਤ ਜ਼ਿਆਦਾ ਮਹੱਤਵ ਆ। ਤਾਂ ਇਹ ਘਟਨਾ ਹੋ ਕਿਉਂ ਰਹੀ ਆ? ਕਿਉਂਕਿ ਧਰਤੀ ਹੈ ਜਿਹੜੀ ਉਹ ਘੁੰਮ ਰਹੀ ਹੈ। ਜੇ ਧਰਤੀ ਘੁੰਮਦੀ ਨਾ ਹੁੰਦੀ ਤਾਂ ਧਰਤੀ ਦੇ ਉੱਪਰ ਜਿਹੜਾ ਗੁਰੂਤਾ ਬਲ ਸੀਗਾ ਉਹਦੇ ਵਿੱਚ ਕੋਈ ਵੀ ਵਾਧਾ ਘਾਟਾ ਸਾਨੂੰ ਦੇਖਣ ਨੂੰ ਸ਼ਾਇਦ ਨਾ ਮਿਲਦਾ। ਜਿੱਦਾਂ ਕਿ ਆਪਾਂ ਪਹਿਲਾਂ ਕਹਿ ਚੁੱਕੇ ਹਾਂ ਵੀ ਧਰਤੀ ਹੈ ਜਿਹੜੀ ਉਹ ਕਿੱਧਰਲੇ ਪਾਸੇ ਨੂੰ ਘੁੰਮ ਰਹੀ ਆ। ਧਰਤੀ ਆਪਣੀ ਧੁਰੀ ਦੁਆਲੇ ਤਾਂ ਘੁੰਮਦੀ ਆ, ਪਰ ਧਰਤੀ ਨਾਲ ਦੀ ਨਾਲ ਇੱਕ ਹੋਰ ਚੱਕਰ ਪੂਰਾ ਕਰਦੀ ਆ, ਉਹ ਹੈਗਾ ਸੂਰਜ ਦੁਆਲੇ ਪਰਿਕਰਮਾ ਕਰਦੀ ਆ। ਇਸ ਪਰਿਕਰਮਾ ਨੂੰ ਅਸੀਂ ਮਹਿਸੂਸ ਕਰਦੇ ਹਾਂ ਜਦੋਂ ਅਸੀਂ ਇਹ ਦੇਖਦੇ ਹਾਂ ਵੀ ਸੂਰਜ ਜਿਹੜਾ ਵਾ ਉਹ ਪੂਰਬ ਵਾਲੇ ਪਾਸਿਓਂ ਆਇਆ ਤੇ ਪੱਛਮ ਵਾਲੇ ਪਾਸੇ ਛਿਪ ਗਿਆ। ਅਸੀਂ ਆਮ ਸਾਡੇ ਜਿਹੜੇ ਪਰਿਵਾਰ ਨੇ ਸਾਡੇ ਆਸ-ਪਾਸ ਹਮੇਸ਼ਾ ਇਹੀ ਗੱਲ ਅਸੀਂ ਸੁਣਦੇ ਹਾਂ ਵੀ ਸੂਰਜ ਚੜ੍ਹਦਾ ਆ ਤੇ ਸੂਰਜ ਛਿਪਦਾ ਵਾ। ਪਰ ਅਸਲ ਦੇ ਵਿੱਚ ਸਾਨੂੰ ਇਹ ਪਤਾ ਵੀ ਧਰਤੀ ਹੈ ਜਿਹੜੀ ਉਸ ਵੇਲੇ ਆਪਣਾ ਇੱਕ ਚੱਕਰ ਪੂਰਾ ਕਰ ਰਹੀ ਹੁੰਦੀ ਆ। ਧਰਤੀ ਪੱਛਮ ਤੋਂ ਪੂਰਬ ਵੱਲ ਨੂੰ ਜਿਹੜੀ ਆ ਉਹ ਘੁੰਮ ਰਹੀ ਹੁੰਦੀ ਆ। ਪੱਛਮ ਤੋਂ ਪੂਰਬ ਵੱਲ ਨੂੰ ਘੁੰਮਣ ਦੇ ਨਾਲ ਧਰਤੀ ਆਪਣਾ ਇੱਕ ਚੱਕਰ ਪੂਰਾ ਕਰਦੀ ਆ, ਜਿਹਦੇ ਕਰਕੇ ਸਾਨੂੰ ਹਮੇਸ਼ਾ ਹੀ ਸਥਿਤੀ ਉਲਟ ਮਹਿਸੂਸ ਹੁੰਦੀ ਹੈ ਵੀ ਸੂਰਜ ਚੜ੍ਹ ਰਿਹਾ ਤੇ ਜਿਹੜਾ ਪੂਰਬ ਵੱਲੋਂ ਚੜ੍ਹ ਰਿਹਾ ਤੇ ਪੱਛਮ ਵਾਲੇ ਪਾਸੇ ਕੀ ਕਰ ਰਿਹਾ, ਉਹ ਛਿਪ ਰਿਹਾ ਵਾ। ਪਰ ਸੂਰਜ ਤਾਂ ਉੱਥੇ ਹੀ ਆ। ਸੂਰਜ ਆਪਣੀ ਧੁਰੀ ਦੁਆਲੇ ਗਤੀ ਪੂਰੀ ਕਰ ਰਿਹਾ ਤੇ ਅੱਗੇ ਆਪਣਾ ਚੱਕਰ ਪੂਰਾ ਕਰ ਰਿਹਾ ਹੁੰਦਾ, ਪਰ ਉਸ ਵੇਲੇ ਧਰਤੀ ਹੈ ਜਿਹੜੀ ਉਹ ਆਪਣਾ ਪੱਛਮ ਤੋਂ ਪੂਰਬ ਵਾਲੇ ਪਾਸੇ ਨੂੰ ਆਪਣਾ ਇੱਕ ਚੱਕਰ ਪੂਰਾ ਕਰ ਰਹੀ ਹੁੰਦੀ ਹੈ। ਤਾਂ ਜਿਹੜਾ ਪਾਸਾ ਸੂਰਜ ਦਾ
ਜਿਹੜਾ ਪਾਸਾ ਧਰਤੀ ਦਾ ਸੂਰਜ ਦੇ ਸਾਹਮਣੇ ਆਈ ਜਾਂਦਾ ਉੱਥੇ ਦਿਨ ਹੋਈ ਜਾ ਰਿਹਾ, ਤੇ ਜਿਹੜਾ ਪਾਸਾ ਸੂਰਜ ਤੋਂ ਦੂਰ ਚਲਾ ਜਾਂਦਾ ਉੱਥੇ ਜਿਹੜੀ ਰਾਤ ਆ ਉਹ ਹੋ ਰਹੀ ਹੁੰਦੀ ਆ। ਤੇ ਜੇਕਰ ਧਰਤੀ ਘੁੰਮਦੀ ਨਾ ਹੁੰਦੀ ਤਾਂ ਸਾਨੂੰ ਦਿਸ਼ਾਵਾਂ ਦਾ ਸ਼ਾਇਦ ਗਿਆਨ ਕਦੇ ਵੀ ਨਾ ਹੁੰਦਾ। ਧਰਤੀ ਘੁੰਮਦੀ ਆ ਤਾਂ ਸਾਨੂੰ ਜਿਹੜੀਆਂ ਦਿਸ਼ਾਵਾਂ ਨੇ ਉਹਨਾਂ ਦਾ ਗਿਆਨ ਆ ਉਹ ਬੜੇ ਚੰਗੇ ਤਰੀਕੇ ਦੇ ਨਾਲ ਹੁੰਦਾ ਵਾ। ਤਾਂ ਕਿਹੜੀਆਂ ਦਿਸ਼ਾਵਾਂ ਨੇ ਜਿਹੜੀਆਂ ਆਸਾਨੀ ਦੇ ਨਾਲ ਸਾਨੂੰ ਪਤਾ ਲੱਗਦੀਆਂ ਨੇ? ਦੇਖੋ, ਹੁਣੇ ਆਪਾਂ ਇਹ ਕਿਹਾ, ਤੁਸੀਂ ਇਹ ਗੱਲ ਪੱਕੇ ਤੌਰ 'ਤੇ ਯਾਦ ਕਰ ਲੈਣੀ ਆ ਵੀ ਧਰਤੀ ਪੱਛਮ ਤੋਂ ਪੂਰਬ ਵਾਲੇ ਪਾਸੇ ਨੂੰ ਚੱਕਰ ਕੱਟ ਰਹੀ ਆ, ਘੁੰਮ ਰਹੀ ਆ, ਜਿਹਦੇ ਕਰਕੇ ਅਸੀਂ ਸੂਰਜ ਨੂੰ ਪੂਰਬ ਤੋਂ ਪੱਛਮ ਵੱਲ ਆਉਂਦਾ ਹੋਇਆ ਜਾਂ ਕਹਿ ਦਈਏ ਜਾਂਦਾ ਹੋਇਆ ਮਹਿਸੂਸ ਕਰਦੇ ਹਾਂ। ਤਾਂ ਜਦੋਂ ਅਸੀਂ ਸੂਰਜ ਵੱਲ ਧਿਆਨ ਕਰਦੇ ਹਾਂ ਸਵੇਰ ਵੇਲੇ, ਧਰਤੀ ਦੇ ਜਿਹੜੇ ਪਾਸਿਓਂ ਸੂਰਜ ਆ ਰਿਹਾ ਵਾ, ਜੇਕਰ ਅਸੀਂ ਉਸ ਪਾਸੇ ਨੂੰ ਮੂੰਹ ਕਰਕੇ ਖੜ ਜਾਈਏ ਤਾਂ ਸਾਡੇ ਸਾਹਮਣੇ ਵਾਲੇ ਪਾਸੇ ਕਿਹੜੀ ਦਿਸ਼ਾ ਹੋਊਗੀ? ਉਹ ਹੋਊਗੀ ਪੂਰਬ ਦਿਸ਼ਾ। ਤੇ ਸਾਡੇ ਇੱਕਦਮ ਉਸੇ ਵੇਲੇ ਇੱਕਦਮ ਪਿਛਲੇ ਪਾਸੇ ਸਾਡੇ ਜਿਹੜੇ ਉਹ ਦਿਸ਼ਾ ਕਿਹੜੀ ਹੋਊਗੀ? ਪੱਛਮ ਦਿਸ਼ਾ ਹੋਊਗੀ। ਤਾਂ ਇਹ ਤਾਂ ਸੀਗਾ ਵੀ ਆਪਾਂ ਸਵੇਰ ਵੇਲੇ ਜਿਹੜੀ ਕਹਿ ਦਈਏ ਵੀ ਦਿਸ਼ਾ ਵਾ ਉਹ ਪਤਾ ਕਰ ਸਕਦੇ ਹਾਂ, ਪਰ ਇਹ ਸ਼ਾਮ ਵੇਲੇ ਵੀ ਅਸੀਂ ਪਤਾ ਕਰ ਸਕਦੇ ਹਾਂ ਜਦੋਂ ਸੂਰਜ ਕੀ ਕਰ ਰਿਹਾ? ਛਿਪ ਰਿਹਾ ਵਾ। ਕਹਿਣ ਦਾ ਭਾਵ ਵੀ ਜਦੋਂ ਸੂਰਜ ਛਿਪਦਾ ਤਾਂ ਉਸ ਵਾਲੇ ਪਾਸੇ ਅਸੀਂ ਕਹਿੰਦੇ ਹਾਂ ਵੀ ਕਿਹੜੀ ਦਿਸ਼ਾ ਹੈਗੀ ਆ? ਪੱਛਮ ਦਿਸ਼ਾ ਵਾ। ਤਾਂ ਫਿਰ ਉਹਦੇ ਉਲਟ ਪਾਸੇ ਕਿਹੜੀ ਦਿਸ਼ਾ ਹੋਊਗੀ? ਪੂਰਬ ਦਿਸ਼ਾ। ਤਾਂ ਹੁਣ ਸਾਨੂੰ ਦੋ ਦਿਸ਼ਾਵਾਂ ਨੇ ਜਿਹੜੀਆਂ ਉਹਨਾਂ ਦਾ ਆਸਾਨੀ ਦੇ ਨਾਲ ਗਿਆਨ ਹੋ ਜਾਂਦਾ। ਕਦੋਂ? ਸਵੇਰ ਵੇਲੇ ਜਾਂ ਸ਼ਾਮ ਵੇਲੇ। ਦੋ ਦਿਸ਼ਾਵਾਂ ਸਾਨੂੰ ਪਤਾ ਲੱਗ ਗਈਆਂ। ਇਹਦੇ ਨਾਲ ਹੀ ਅਸੀਂ ਦੋ ਦਿਸ਼ਾਵਾਂ ਲੱਭ ਸਕਦੇ ਹਾਂ। ਠੀਕ ਹੈ। ਤਾਂ ਪਹਿਲੀ ਜਿਹੜੀ ਸਾਡੀ ਅਸੀਂ ਕਿਹਾ ਵੀ ਧਰਤੀ ਦੋ ਗਤੀਆਂ ਪੂਰੀਆਂ ਕਰਦੀ ਆ, ਜਿਹਦੇ ਵਿੱਚ ਪਹਿਲੀ ਜਿਹੜੀ ਗਤੀ ਸੀਗੀ ਉਹਨੂੰ ਅਸੀਂ ਕਿਹਾ ਸੀਗਾ ਦੈਨਿਕ ਗਤੀ। ਤਾਂ ਹੁਣ ਅਸੀਂ ਦੈਨਿਕ ਗਤੀ ਦੇ ਪ੍ਰਭਾਵਾਂ ਨੂੰ ਜਾਣ ਲਿਆ, ਤੇ ਹੁਣ ਅਸੀਂ ਅੱਗੇ ਚੱਲਾਂਗੇ ਤਾਂ ਸਮਝਾਂਗੇ ਧਰਤੀ ਦੀ ਵਾਰਸ਼ਿਕ ਗਤੀ। ਵਾਰਸ਼ਿਕ ਗਤੀ, ਜਿੱਦਾਂ ਸ਼ਬਦ ਵਾਰਸ਼ਿਕ ਆ ਤਾਂ ਅਸੀਂ ਆਮ ਹੀ ਜਿਹੜਾ ਸ਼ਬਦ ਯੂਜ਼ ਕਰਦੇ ਹਾਂ ਜਾਂ ਵਰਤਦੇ ਹਾਂ ਉਹ ਹੈਗਾ ਵਾ ਵਰਾ। ਪੰਜਾਬ 'ਚ ਕਾਫੀ ਜਿਹੜੀਆਂ ਥਾਵਾਂ ਨੇ ਉੱਥੇ ਵਰਾ ਕਹਿੰਦੇ ਆ, ਸਾਲ ਕਹਿੰਦੇ ਆ, ਈਅਰ ਕਹਿੰਦੇ ਆ। ਤਾਂ ਇੱਥੇ ਆਪਾਂ ਇਹ ਦੇਖ ਤੇ ਸਮਝ ਪਾ ਰਹੇ ਹਾਂ ਵੀ ਧਰਤੀ ਆਪਣੀ ਇੱਕ ਨਿਸ਼ਚਿਤ ਗ੍ਰਹਿ ਪੱਥ ਉੱਪਰ ਚੱਲ ਰਹੀ ਆ ਤੇ ਸੂਰਜ ਦਾ ਇੱਕ ਚੱਕਰ ਆ ਜਿਹੜਾ ਉਹ ਪੂਰਾ ਕਰ ਰਹੀ ਹੈ। ਪਿਆਰੇ ਵਿਦਿਆਰਥੀਓ, ਹਮੇਸ਼ਾ ਹੀ ਯਾਦ ਰੱਖਣਾ ਵੀ ਧਰਤੀ ਆਪਣੀ ਧੁਰੀ ਦੁਆਲੇ ਜਦੋਂ ਘੁੰਮਦੀ ਆ ਤਾਂ ਉਹਨੂੰ ਅਸੀਂ ਦੈਨਿਕ ਗਤੀ ਕਹਿੰਦੇ ਆ। ਜਦੋਂ ਧਰਤੀ ਸੂਰਜ ਦੁਆਲੇ ਘੁੰਮਦੀ ਆ, ਸੂਰਜ ਦੁਆਲੇ ਇੱਕ ਚੱਕਰ ਪੂਰਾ ਕਰਦੀ ਆ, ਤਾਂ ਉਹਨੂੰ ਅਸੀਂ ਵਾਰਸ਼ਿਕ ਗਤੀ ਦਾ ਨਾਮ ਆ ਜਿਹੜਾ ਉਹ ਦਿੰਦੇ ਆ। ਹੁਣ ਜਿਹੜੀ ਇਹ ਵਾਰਸ਼ਿਕ ਗਤੀ ਆ, ਇਹਦੇ ਨਾਲ ਧਰਤੀ ਇੱਕ ਚੱਕਰ ਪੂਰਾ ਕਰਦੀ ਆ ਜਿਹਨੂੰ ਪੂਰਾ ਇੱਕ ਸਾਲ ਲੱਗ ਜਾਂਦਾ ਵਾ। ਤਾਂ ਹੁਣ ਅਸੀਂ ਇਹਨੂੰ ਬਹੁਤ ਚੰਗੇ ਤਰੀਕੇ ਦੇ ਨਾਲ ਸਮਝਾਂਗੇ। ਇਹਦੇ ਨਾਲ ਧਰਤੀ ਦਾ ਇੱਕ ਜਿਹੜਾ ਚੱਕਰ ਪੂਰਾ ਹੁੰਦਾ ਹੈ, ਜਾਂ ਕਹਿ ਦਈਏ ਇੱਕ ਸਾਲ ਦੇ ਵਿੱਚ ਧਰਤੀ ਇੱਕ ਚੱਕਰ ਪੂਰਾ ਕਰਦੀ ਆ, ਤਾਂ ਉਸ ਦੌਰਾਨ ਅਸੀਂ 4 ਜਿਹੜੇ ਮੌਸਮ ਨੇ ਉਹਨਾਂ ਦਾ ਆਨੰਦ ਮਾਣਦੇ ਹਾਂ। ਜੇਕਰ ਧਰਤੀ ਘੁੰਮਦੀ ਨਾ ਹੁੰਦੀ ਤਾਂ ਫਿਰ ਅਸੀਂ ਇਹ 4 ਜਿਹੜੇ ਮੌਸਮ ਨੇ ਉਹਨਾਂ ਨੂੰ ਕਦੇ ਵੀ ਦੇਖ ਨਾ ਪਾਉਂਦੇ। ਇੱਕ ਹੀ ਮੌਸਮ ਹੋਣਾ ਸੀਗਾ। ਜਿੱਦਾਂ ਆਪਾਂ ਪਹਿਲਾਂ ਕਿਹਾ ਵੀ ਜੇ ਦੈਨਿਕ ਗਤੀ ਹੈਗੀ ਆ ਤਾਂ ਦਿਨ ਵੀ ਹੁੰਦਾ ਤੇ ਰਾਤ ਵੀ ਹੁੰਦੀ ਆ, ਪਰ ਜੇਕਰ ਵਾਰਸ਼ਿਕ ਗਤੀ ਹੈਗੀ ਆ ਤਾਂ ਫਿਰ ਅਸੀਂ ਜਿਹੜੇ 4 ਮੌਸਮ ਨੇ ਉਹਨਾਂ ਨੂੰ ਹੌਲੀ ਹੌਲੀ ਆਉਂਦਾ ਤੇ ਹੌਲੀ ਹੌਲੀ ਜਾਂਦਾ ਜਿਹੜਾ ਮਹਿਸੂਸ ਕਰਦੇ ਹਾਂ। ਵਾਰਸ਼ਿਕ ਗਤੀ ਕੀ ਆ? ਇਹਨੂੰ ਅਸੀਂ ਰੈਵੋਲੂਸ਼ਨ ਕਹਿੰਦੇ ਆ। ਪ੍ਰਿਥਵੀ ਦੀ ਦੂਸਰੀ ਜਿਹੜੀ ਗਤੀ ਹੈਗੀ ਆ ਉਹ ਹੈਗੀ ਸੂਰਜ ਦੁਆਲੇ ਘੁੰਮਣਾ। ਹੁਣ ਸਾਨੂੰ ਇਹ ਪਤਾ ਹੈ ਵੀ ਧਰਤੀ ਗੋਲ ਨਹੀਂ ਹੈਗੀ। ਧਰਤੀ ਦੋਵਾਂ ਧਰੁਵਾਂ ਤੋਂ ਪਿਚਕੀ ਹੋਈ ਆ, ਜਾਂ ਕਹਿ ਦਿਓ ਵੀ ਅੰਦਰਲੇ ਪਾਸੇ ਨੂੰ ਦਬੀ ਹੋਈ ਆ। ਤਾਂ ਧਰਤੀ ਜੇਕਰ ਗੋਲ ਨਹੀਂ ਹੈਗੀ ਤਾਂ ਧਰਤੀ ਦੇ ਘੁੰਮਣ ਦਾ ਰਾਹ ਵੀ ਗੋਲ ਨਹੀਂ ਹੋਊਗਾ, ਕਿਉਂਕਿ ਗੋਲ ਵਸਤੂ ਹਮੇਸ਼ਾ ਗੋਲ ਜਿਹੜੀ ਆ ਉਹ ਰੁੜੂਗੀ, ਪਰ ਜਿਹੜੀ ਵਸਤੂ ਗੋਲ ਨਹੀਂ ਹੈਗੀ ਉਹ ਗੋਲ ਰੁੜੂਗੀ ਨਹੀਂ। ਤਾਂ ਇੱਥੇ ਆਪਾਂ ਇਹ ਕਹਿ ਰਹੇ ਹਾਂ ਵੀ ਧਰਤੀ ਗੋਲ ਨਹੀਂ ਹੈ ਤਾਂ ਧਰਤੀ ਅੰਡਾਕਾਰ ਜਿਹੜਾ ਰਸਤਾ ਵਾ ਉਹਦੇ ਉੱਪਰ ਘੁੰਮ ਕੇ ਆਪਣਾ ਇੱਕ ਜਿਹੜਾ ਚੱਕਰ ਆ ਉਹ ਪੂਰਾ ਕਰਦੀ ਆ। ਤਾਂ ਇਹਨੂੰ ਅਸੀਂ ਕੀ ਕਹਿੰਦੇ? ਇਹਨੂੰ ਕਹਿੰਦੇ ਆ ਪ੍ਰਿਥਵੀ ਦੀ ਵਾਰਸ਼ਿਕ ਗਤੀ। ਧਰਤੀ ਇੱਕ ਚੱਕਰ ਲਗਾਉਣ ਲਈ 365 ਦਿਨ ਤੇ 4 ਜਿਹੜੇ 365 ਦਿਨ 6 ਘੰਟੇ ਦਾ ਜਿਹੜਾ ਵਾ ਸਮਾਂ ਲੈਂਦੀ ਆ। ਤਾਂ ਅਸੀਂ ਜਦੋਂ ਦੈਨਿਕ ਗਤੀ ਨੂੰ ਸਮਝਿਆ ਤਾਂ ਉਦੋਂ ਅਸੀਂ ਕਿਹਾ ਵੀ ਧਰਤੀ ਲਗਭਗ 24 ਘੰਟੇ। ਤਾਂ ਇੱਥੇ ਵੀ 365 ਦਿਨ ਦਾ ਭਾਵ ਇਹ ਹੋ ਗਿਆ ਵੀ ਸਾਲ ਤੋਂ ਥੋੜ੍ਹਾ ਜਿਹਾ ਸਮਾਂ ਜ਼ਿਆਦਾ ਵਾ, 6 ਘੰਟੇ ਜ਼ਿਆਦਾ ਨੇ। ਤਾਂ ਫਿਰ ਇੱਕ ਸਾਲ ਦੇ 6 ਘੰਟੇ, ਅਗਲੇ ਸਾਲ ਦੇ ਫਿਰ 6 ਘੰਟੇ, ਤੀਸਰੇ ਸਾਲ ਦੇ ਫਿਰ 6 ਘੰਟੇ ਹੋ ਜਾਣਗੇ, ਤੇ ਫਿਰ ਚੌਥੇ ਸਾਲ 'ਚ ਅਸੀਂ ਸਾਰੇ ਜਿਹੜੇ ਸਾਡੇ ਕੋਲ 4 ਹਿੱਸਿਆਂ ਦੇ ਵਿੱਚ 6 ਘੰਟੇ ਸੀਗੇ ਉਹਨਾਂ ਨੂੰ ਜੋੜ ਦੇਵਾਂਗੇ। ਤਾਂ ਜੋੜ ਕੇ ਇੱਕ ਦਿਨ ਦਾ ਜਿਹੜਾ ਵਾ ਉਹ ਇਜ਼ਾਫਾ ਹੋ ਜਾਊਗਾ, ਵਾਧਾ ਹੋ ਜਾਊਗਾ। ਤਾਂ ਦਿਨ ਕਿੰਨੇ ਹੋ ਜਾਣਗੇ? ਤਾਂ ਦਿਨ ਹੋ ਜਾਣਗੇ 366।
ਤਾਂ ਉਸ ਸਾਲ ਨੂੰ ਆਪਾਂ ਪਿਆਰੇ ਵਿਦਿਆਰਥੀਓ ਕੀ ਕਹਿੰਦੇ ਆ? ਉਸ ਸਾਲ ਨੂੰ ਅਸੀਂ ਲੀਪ ਦਾ ਸਾਲ ਕਹਿੰਦੇ ਆ। ਤਾਂ ਮੈਨੂੰ ਉਮੀਦ ਆ ਤੁਹਾਨੂੰ ਸਮਝ ਲੱਗ ਰਿਹਾ ਵੀ ਧਰਤੀ ਹੈ ਜਿਹੜੀ ਉਹ 365 ਦਿਨਾਂ ਦੇ ਵਿੱਚ ਜਿਹੜਾ ਸੂਰਜ ਦਾ ਇੱਕ ਚੱਕਰ ਹੈ ਜਿਹੜਾ ਉਹ ਪੂਰਾ ਕਰਦੀ ਆ। ਇਸ ਦੌਰਾਨ 6-6 ਘੰਟੇ ਦਾ ਜਿਹੜਾ ਵਾ ਉਹ ਫਰਕ ਪੈ ਰਿਹਾ। ਅਸੀਂ ਇਹ ਫਰਕ 4 ਸਾਲਾਂ ਦੇ ਵਿੱਚ ਜਿਹੜਾ ਉਹ ਕਵਰ ਕਰਦੇ ਹਾਂ ਅਤੇ ਚੌਥੇ ਸਾਲ ਜਾ ਕੇ ਇਸ ਫਰਕ ਨੂੰ ਇੱਕ ਦਿਨ ਦਾ ਰੂਪ ਦੇ ਦਿੰਦੇ ਹਾਂ ਅਤੇ ਧਰਤੀ ਹੈ ਜਿਹੜੀ ਉਹਦੇ ਜਿਹੜੀ ਇੱਕ ਚੱਕਰ ਨੂੰ ਅਸੀਂ ਚੌਥੇ ਸਾਲ ਦੇ ਵਿੱਚ ਜਾ ਕੇ 366 ਦਿਨਾਂ ਦਾ ਜਿਹੜਾ ਵਾ ਉਹ ਗਿਣ ਲੈਂਦੇ ਹਾਂ, ਜਾਂ ਉਹਨੂੰ ਲੀਪ ਦਾ ਸਾਲ ਜਿਹੜਾ ਉਹ ਕਿਹਾ ਜਾਂਦਾ ਵਾ। ਇਸ ਸਮੇਂ ਇਸ ਸਾਰੇ ਚੱਕਰ ਦੇ ਦੌਰਾਨ ਜਿਹੜੀ ਸਾਡੀ ਧਰਤੀ ਆ ਉਹ ਹਮੇਸ਼ਾ ਹੀ 66.5 ਡਿਗਰੀ ਦੇ ਕੋਣ ਦੇ ਉੱਪਰ ਝੁਕੀ ਹੋਈ ਆ। 90 ਡਿਗਰੀ ਦੇ ਕੋਣ ਦੇ ਉੱਪਰ ਨਹੀਂ ਝੁਕੀ ਹੋਈ। ਤੁਸੀਂ ਪੜ੍ਹਿਆ ਹੋਇਆ, ਜਾਂ ਤੁਸੀਂ ਹੂਬਹੂ ਧਰਤੀ ਦੀ ਜਿਹੜੀ ਨਕਲ ਹੈਗੀ ਆ, ਹੂਬਹੂ ਧਰਤੀ ਦੀ ਨਕਲ ਗਲੋਬ ਆ। ਜਦੋਂ ਤੁਸੀਂ ਗਲੋਬ ਨੂੰ ਦੇਖਦੇ ਹੋ ਤਾਂ ਤੁਹਾਨੂੰ ਪਤਾ ਲੱਗਦਾ ਵੀ ਗਲੋਬ ਆ ਜਿਹੜਾ ਉਹ 90 ਡਿਗਰੀ 'ਤੇ ਧਰਤੀ ਨੂੰ ਨਹੀਂ ਦਿਖਾਉਂਦਾ, ਹਮੇਸ਼ਾ ਹੀ ਧਰਤੀ ਨੂੰ 66.5 ਡਿਗਰੀ ਦੇ ਕੋਣ 'ਤੇ ਝੁਕਿਆ ਹੋਇਆ ਦਿਖਾਉਂਦਾ। ਜਦੋਂ ਧਰਤੀ 66.5 ਡਿਗਰੀ ਦੇ ਕੋਣ 'ਤੇ ਝੁਕੀ ਹੋਈ ਸੂਰਜ ਦਾ ਇੱਕ ਚੱਕਰ ਲਾ ਰਹੀ ਹੁੰਦੀ ਆ ਤਾਂ ਧਰਤੀ ਅੰਡਾਕਾਰ ਰਾਹ ਦੇ ਉੱਪਰ ਆਪਣਾ ਜਿਹੜਾ ਚੱਕਰ ਪੂਰਾ ਕਰਦੀ ਆ। ਇਸ ਚੱਕਰ ਦੇ ਦੌਰਾਨ ਧਰਤੀ ਸੂਰਜ ਦੇ ਇੱਕ ਵਾਰ ਬਹੁਤ ਨਹੀਂ ਕਹਿ ਸਕਦੇ ਨੇੜੇ ਚਲੇ ਜਾਂਦੀ ਹੈ, ਦੂਸਰੀ ਵਾਰ ਦੂਰ ਚਲੇ ਜਾਂਦੀ ਆ। ਇਹਨਾਂ ਦੋਨੇ ਚੱਕਰਾਂ ਦੇ ਅਸੀਂ ਜਾਂ ਕਹਿੰਦੇ ਇਹਨਾਂ ਦੋਨਾਂ ਸਥਿਤੀਆਂ ਦੇ ਅਸੀਂ ਵੱਖਰੇ ਵੱਖਰੇ ਨਾਮ ਜਿਹੜੇ ਨੇ ਉਹਦੇ ਅਨੁਸਾਰ ਆਪਾਂ ਪੜ੍ਹਾਂਗੇ। ਜਿਹੜੀ ਪਹਿਲੀ ਸਥਿਤੀ ਆ ਉਹ ਐਪੀਹੀਲੀਅਨ ਆ। ਪ੍ਰਿਥਵੀ ਅਤੇ ਸੂਰਜ ਦੀ ਆਪਸੀ ਦੂਰੀ ਜਦੋਂ ਜ਼ਿਆਦਾ ਤੋਂ ਜ਼ਿਆਦਾ ਹੁੰਦੀ ਆ ਤਾਂ ਉਹਨੂੰ ਅਸੀਂ ਕਹਿੰਦੇ ਆ ਐਪੀਹੀਲੀਅਨ। ਬਹੁਤ ਇੰਪੋਰਟੈਂਟ ਆ ਪਿਆਰੇ ਵਿਦਿਆਰਥੀਓ ਇਸ ਚੀਜ਼ ਨੂੰ ਸਮਝਣਾ, ਅਤੇ ਤਰੀਕ ਵਾਈਜ਼ ਅਸੀਂ ਮਿਤੀ ਵਾਈਜ਼ ਇਹਨੂੰ ਅਸੀਂ ਯਾਦ ਵੀ ਰੱਖਣਾ ਵਾ ਵੀ ਕਦੋਂ ਇਹ ਸਥਿਤੀ ਹੁੰਦੀ ਆ, ਉਸ ਦਿਨ ਕਿਹੜੀ ਤਰੀਕ ਹੁੰਦੀ ਆ। ਇਸੇ ਮਹੀਨੇ ਦੇ ਵਿੱਚ 4 ਜੁਲਾਈ ਹੈ ਜਿਹੜੀ ਉਹ ਸਾਡੇ ਕੋਲੋਂ ਜਿਹੜੀ ਤਰੀਕ ਉਹ ਨਿਕਲ ਕੇ ਗਈ ਆ, ਉਸ ਦਿਨ ਇਹ ਸਥਿਤੀ ਬਣੀ ਹੋਈ ਸੀ। ਤਾਂ ਜੇਕਰ ਅਸੀਂ ਸਾਡੇ ਭੂਗੋਲ ਵਿਸ਼ੇ ਨੂੰ ਜ਼ਿੰਦਗੀ ਦੇ ਵਿੱਚ ਹਰ ਰੋਜ਼ ਜਿੱਦਾਂ ਕਹਿ ਦਈਏ ਵੀ ਅਪਲਾਈ ਕਰਕੇ ਚੱਲਾਂਗੇ ਤਾਂ ਇਹ ਬਹੁਤ ਸੌਖਾ ਹੈ। ਅਸੀਂ ਹਰ ਰੋਜ਼ ਨਵੀਆਂ ਚੀਜ਼ਾਂ ਸਿੱਖਾਂਗੇ, ਸਾਡੇ ਆਲੇ ਦੁਆਲੇ ਕਿਹੜੀਆਂ ਘਟਨਾਵਾਂ ਹੁੰਦੀਆਂ ਨੇ। ਤਾਂ ਆਪਾਂ ਇਹਨੂੰ ਸਮਝਦੇ ਹਾਂ ਵੀ ਐਪੀਹੀਲੀਅਨ ਆ ਜਿਹੜਾ ਉਹ ਕਦੋਂ ਹੁੰਦੀ ਆ, ਇਹ ਸਥਿਤੀ ਕਦੋਂ ਹੁੰਦੀ ਆ। ਇਹ 4 ਜੁਲਾਈ ਨੂੰ ਇਹ ਸਥਿਤੀ ਸੀਗੀ, ਹਰ ਸਾਲ 4 ਜੁਲਾਈ ਨੂੰ। ਇਸ ਵੇਲੇ ਸੂਰਜ ਅਤੇ ਧਰਤੀ ਵਿਚਾਲੇ ਜਿਹੜਾ ਫਾਸਲਾ ਵਾ ਉਹ ਕਿੰਨਾ 15,21,71,500 ਕਿਲੋਮੀਟਰਾਂ ਦਾ ਹੁੰਦਾ ਵਾ। ਇਹ ਕਿਹਾ ਵੀ ਜਦੋਂ ਧਰਤੀ ਅਤੇ ਸੂਰਜ ਦੀ ਜਿਹੜੀ ਦੂਰੀ ਆ ਉਹ ਜ਼ਿਆਦਾ ਤੋਂ ਜ਼ਿਆਦਾ ਹੁੰਦੀ ਆ, ਘੱਟ ਨਹੀਂ ਹੁੰਦੀ, ਜ਼ਿਆਦਾ ਹੁੰਦੀ ਆ। ਇੱਥੇ ਇਸ ਚੀਜ਼ ਨੂੰ ਗਰਮੀ ਨਾਲ ਜੋੜ ਕੇ ਨਹੀਂ ਦੇਖਣਾ ਹੈਗਾ ਵੀ ਅਸੀਂ ਸੂਰਜ ਦੇ ਨੇੜੇ ਆ ਤਾਂ ਸਾਨੂੰ ਗਰਮੀ ਜ਼ਿਆਦਾ ਲੱਗੂਗੀ, ਠੀਕ ਹੈ। ਤਾਂ 4 ਜੁਲਾਈ ਨੂੰ ਸੂਰਜ ਅਤੇ ਧਰਤੀ ਦੀ ਜਿਹੜੀ ਦੂਰੀ ਆ ਉਹ ਕੀ ਆ, ਉਹ ਜ਼ਿਆਦਾ ਤੋਂ ਜ਼ਿਆਦਾ ਵਾ। ਇਸ ਵੇਲੇ ਜਿਹੜਾ ਫਾਸਲਾ ਵਾ ਉਹ ਅਸੀਂ ਪੜ੍ਹ ਚੁੱਕੇ ਹਾਂ। ਅਸਲ ਦੇ ਵਿੱਚ ਧਰਤੀ ਸੂਰਜ ਤੋਂ ਕਿੰਨੀ ਦੂਰ ਆ? ਹਮੇਸ਼ਾ ਅਸੀਂ ਕਹਿੰਦੇ ਹਾਂ ਲਗਭਗ 15 ਕਰੋੜ ਕਿਲੋਮੀਟਰ ਆ, ਪਰ ਇਹ ਦੂਰੀ ਵੱਧਦੀ ਆ ਅਤੇ ਘਟਦੀ ਆ। ਤਾਂ ਇੱਥੇ ਆਪਾਂ ਪੜ੍ਹ ਰਹੇ ਹਾਂ ਵੀ ਸੂਰਜ ਅਤੇ ਧਰਤੀ ਦੀ ਜਿਹੜੀ ਦੂਰੀ ਜਿਹੜੀ ਆਪਾਂ ਕਹਿੰਦੇ ਹਾਂ ਵੀ ਔਸਤ ਦੂਰੀ ਕਿੰਨੀ ਆ, ਕਿੰਨੀ ਰਹਿੰਦੀ ਆ। ਇੱਕ ਵਾਰ ਵੱਧਦੀ ਆ, ਇੱਕ ਵਾਰ ਘਟਦੀ ਆ, ਪਰ ਰਹਿੰਦੀ ਕਿੰਨੀ ਆ? ਸਾਲ ਦੇ ਵਿੱਚ ਜ਼ਿਆਦਾਤਰ ਜਿਹੜੀ ਦੂਰੀ ਆ ਉਹ ਰਹਿੰਦੀ ਆ 14,95,97,892 ਕਿਲੋਮੀਟਰ। ਧਰਤੀ ਸੂਰਜ ਤੋਂ ਇੰਨੀ ਦੂਰ ਆ। ਸੂਰਜ ਤੋਂ ਇੰਨੀ ਦੂਰ ਹੋਣ ਦੇ ਬਾਵਜੂਦ ਵੀ ਸਾਨੂੰ ਸੂਰਜ ਦੀ ਗਰਮੀ ਬਹੁਤ ਜ਼ਿਆਦਾ ਮਹਿਸੂਸ ਹੁੰਦੀ ਆ। ਖਾਸ ਕਰ ਕਦੋਂ? ਗਰਮੀਆਂ 'ਚ ਕਿ ਸਰਦੀਆਂ 'ਚ? ਤਾਂ ਜਵਾਬ ਹੈਗਾ ਸਾਡਾ ਗਰਮੀਆਂ ਦੇ ਵਿੱਚ। ਗਰਮੀਆਂ 'ਚ ਸਾਨੂੰ ਜਿਹੜੀ ਸੂਰਜ ਦੀ ਆਪਾਂ ਕਹਿ ਦਿੰਦੇ ਹਾਂ ਵੀ ਗਰਮੀ ਆ ਉਹ ਜ਼ਿਆਦਾ ਮਹਿਸੂਸ ਹੁੰਦੀ ਆ। ਉਹਦਾ ਕਾਰਨ ਕੀ ਹੋ ਜਾਂਦਾ, ਉਹਦਾ ਕਾਰਨ ਆਪਾਂ ਅੱਗੇ ਜਾ ਕੇ ਪੜ੍ਹਾਂਗੇ। ਤਾਂ ਇੱਥੇ ਆਪਾਂ ਇਹਨੇ ਇਹ ਗੱਲ ਸਮਝ ਲਈ ਵੀ ਸੂਰਜ ਅਤੇ ਧਰਤੀ ਦੀ ਜ਼ਿਆਦਾ ਤੋਂ ਜ਼ਿਆਦਾ ਦੂਰੀ ਨੂੰ ਅਸੀਂ ਕੀ ਕਹਿੰਦੇ ਹਾਂ, ਐਪੀਹੀਲੀਅਨ ਕਹਿੰਦੇ ਹਾਂ। ਇਸ ਤੋਂ ਉਲਟ ਸਥਿਤੀ ਕਿਹੜੀ ਹੋਊਗੀ ਫਿਰ? ਪੈਰੀਹੀਲੀਅਨ। ਇਸ ਵੇਲੇ ਕੀ ਹੋਊਗਾ? ਪ੍ਰਿਥਵੀ ਜਿਸ ਪੰਥ 'ਤੇ ਘੁੰਮ ਰਹੀ ਆ, ਆਪਾਂ ਨੂੰ ਪਤਾ ਵੀ ਧਰਤੀ ਦੇ ਘੁੰਮਣ ਦਾ ਜਿਹੜਾ ਰਸਤਾ ਵਾ ਉਹ ਗੋਲ ਨਹੀਂ ਹੈਗਾ। ਧਰਤੀ ਦੇ ਘੁੰਮਣ ਦਾ ਰਸਤਾ ਕੀ ਹੈ ਬਈ? ਉਹ ਹੈਗਾ ਅੰਡਾਕਾਰ। ਕਈ ਵਾਰ ਅਸੀਂ ਇਹ ਵੀ ਪੜ੍ਹਦੇ ਹਾਂ ਵੀ ਧਰਤੀ ਅੰਡਾਕਾਰ ਆ। ਧਰਤੀ ਦੀ ਸ਼ਕਲ ਆ ਜਿਹੜੀ ਕਿੱਦਾਂ ਦੀ ਆ? ਧਰਤੀ ਦੀ ਸ਼ਕਲ ਧਰਤੀ ਵਰਗੀ ਆ। ਅਤੇ ਧਰਤੀ ਦੇ ਚੱਲਣ ਦਾ ਰਾਹ ਕੀ ਆ? ਧਰਤੀ ਦੇ ਚੱਲਣ ਦਾ ਰਾਹ ਵਾ ਜਿਹੜਾ ਉਹ ਅੰਡਾਕਾਰ। ਓਕੇ, ਤਾਂ ਧਰਤੀ ਜਦੋਂ ਆਪਣੇ ਅੰਡਾਕਾਰ ਰਾਹ ਦੇ ਉੱਪਰ ਚੱਲ ਰਹੀ ਹੁੰਦੀ ਆ ਤਾਂ ਇੱਕ ਵਾਰ ਸੂਰਜ ਤੋਂ ਬਹੁਤ ਦੂਰੀ ਬਣਾ ਲੈਂਦੀ ਆ ਜਾਂ ਦੂਰ ਚਲੇ ਜਾਂਦੀ ਆ। ਦੂਸਰੀ ਵਾਰ ਇਹ ਸਥਿਤੀ ਇੱਦਾਂ ਦੀ ਹੋ ਜਾਂਦੀ ਆ ਵੀ ਇਹ ਘੁੰਮਦੀ ਘੁੰਮਦੀ ਸੂਰਜ ਦੇ ਨੇੜੇ, ਜਾਂ ਕਹਿ ਦਈਏ ਵੀ ਫਾਸਲਾ ਜਿਹੜਾ ਉਹ ਘਟਦਾ ਵਾ। ਤਾਂ ਕਿੰਨਾ ਫਾਸਲਾ? ਪ੍ਰਿਥਵੀ ਜਿਸ ਪੰਥ 'ਤੇ ਘੁੰਮ ਰਹੀ ਹੈ
ਉਹ ਗੋਲ ਨਹੀਂ ਬਲਕਿ ਕੀ ਹੈਗਾ ਵਾ ਅੰਡਾਕਾਰ ਹੈ, ਸਾਨੂੰ ਪਤਾ। ਪ੍ਰਿਥਵੀ ਲਗਭਗ ਕਿੰਨਾ ਫਾਸਲਾ ਤੈਅ ਕਰਦੀ ਆ? ਜੇ ਇੱਥੇ ਮੈਂ ਇੱਕ ਸਵਾਲ ਕਰਾਂ ਵੀ ਜਦੋਂ ਧਰਤੀ ਦੈਨਿਕ ਗਤੀ ਪੂਰੀ ਕਰ ਰਹੀ ਹੁੰਦੀ ਆ ਤਾਂ ਧਰਤੀ ਕਿੰਨੇ ਕਿਲੋਮੀਟਰ ਦਾ ਫਾਸਲਾ ਤੈਅ ਕਰਦੀ ਆ? ਤਾਂ 40,000 ਕਿਲੋਮੀਟਰ ਦਾ ਫਾਸਲਾ ਧਰਤੀ ਤੈਅ ਕਰਦੀ ਆ। ਇੱਥੇ ਕਿੰਨਾ? ਇੱਥੇ 93 ਕਰੋੜ 98,86,400 ਕਿਲੋਮੀਟਰਾਂ ਦਾ ਜਿਹੜਾ ਸਫ਼ਰ ਧਰਤੀ ਇੱਕ ਚੱਕਰ 'ਚ ਪੂਰਾ ਕਰਦੀ ਆ। ਇਹ ਸਫ਼ਰ ਕਿੰਨੇ ਟਾਈਮ 'ਚ ਪੂਰਾ ਕਰਦੀ ਆ? ਇਹ ਸਫ਼ਰ ਧਰਤੀ 1 ਸਾਲ ਦੇ ਵਿੱਚ ਜਿਹੜਾ ਵਾ ਉਹ ਪੂਰਾ ਕਰਦੀ ਆ। ਅੱਛਾ, ਇਸ ਟਾਈਮ ਦੇ ਵਿੱਚ ਜਦੋਂ ਇਹ ਸਥਿਤੀ ਚੱਲ ਰਹੀ ਆ, ਇਸ ਵੇਲੇ ਧਰਤੀ ਦੀ ਜਿਹੜੀ ਸੂਰਜ ਤੋਂ ਦੂਰੀ ਆ ਉਹ ਕਿੰਨੀ ਆ, ਉਹਨੂੰ ਅਸੀਂ ਪੜ੍ਹਾਂਗੇ। ਇਸ ਵੇਲੇ ਸੂਰਜ ਦੇ ਦੁਆਲੇ ਧਰਤੀ ਘੁੰਮਦੀ ਘੁੰਮਦੀ ਸੂਰਜ ਦੇ ਨੇੜੇ ਹੋ ਜਾਂਦੀ ਆ, ਨੇੜੇ ਚਲੇ ਜਾਂਦੀ ਆ, ਜਾਂ ਇਹ ਜਿਹੜਾ ਗ੍ਰਹਿ ਪਥ ਹੈਗਾ ਇਹਦੇ ਵਿੱਚ ਸੂਰਜ ਤੇ ਧਰਤੀ ਦੀ ਦੂਰੀ ਘਟ ਜਾਂਦੀ ਆ। ਇਸ ਵੇਲੇ ਸਾਡੀ ਜਿਹੜੀ ਧਰਤੀ ਤੋਂ ਸੂਰਜ ਦੀ ਦੂਰੀ ਉਹ ਹੈਗੀ ਆ 14 ਕਰੋੜ 71 ਲੱਖ 66,480 ਕਿਲੋਮੀਟਰ। ਤਾਂ ਵਿਦਿਆਰਥੀਓ ਸਮਝ ਪਾ ਰਹੇ ਹੋ, ਪਹਿਲਾਂ ਜਿਹੜੀ ਸੰਖਿਆ ਸੀ ਉਹ 15 ਸੀ ਤੇ ਹੁਣ ਸੰਖਿਆ ਕਿੰਨੀ ਹੈਗੀ ਆ 14। ਇੱਥੇ ਅਸੀਂ ਦੋਨਾਂ ਦਾ ਫਰਕ ਲਿਖ ਵੀ ਸਕਦੇ ਹਾਂ ਵੀ ਦੋਨਾਂ ਦੇ ਵਿੱਚ ਜਦੋਂ ਫਰਕ ਹੁੰਦਾ ਹੈ ਤਾਂ ਅਸਲ ਦੇ ਵਿੱਚ ਇਹ ਫਰਕ ਕਿੰਨਾ ਵਾ। ਜੇਕਰ ਤੁਸੀਂ ਆਪਣੀ ਜਾਣਕਾਰੀ ਦੇ ਵਿੱਚ ਗਿਆਨ 'ਚ ਵਾਧਾ ਕਰਨਾ ਚਾਹੁੰਦੇ ਹੋ ਤਾਂ ਆਪਾਂ ਹੁਣ ਤੱਕ ਇਹ ਸਮਝ ਚੁੱਕੇ ਹਾਂ ਵੀ ਧਰਤੀ ਸੂਰਜ ਦੁਆਲੇ ਚੱਕਰ ਕੱਟਦੀ ਹੈ। ਇਸ ਚੱਕਰ ਦੇ ਦੌਰਾਨ ਧਰਤੀ ਦੇ ਘੁੰਮਣ ਦਾ ਜਿਹੜਾ ਰਸਤਾ ਵਾ ਉਹ ਗੋਲਾਕਾਰ ਨਹੀਂ ਹੈਗਾ, ਕੀ ਹੈਗਾ ਵਾ ਅੰਡਾਕਾਰ। ਜੇਕਰ ਗੋਲਾਕਾਰ ਹੁੰਦਾ ਤਾਂ ਸਾਡੀ ਸੂਰਜ ਤੋਂ ਜਿਹੜੀ ਧਰਤੀ ਦੀ ਦੂਰੀ ਸੀ ਉਹ ਬਰਾਬਰ ਰਹਿਣੀ ਸੀ, ਪਰ ਇੱਦਾਂ ਨਹੀਂ ਹੈਗਾ। ਸੂਰਜ ਤੇ ਧਰਤੀ ਦੀ ਦੂਰੀ ਦੇ ਵਿੱਚ ਜਿਹੜਾ ਵਾ ਅੰਤਰ ਆਉਂਦਾ। ਇੱਕ ਸਥਿਤੀ ਨੂੰ ਅਸੀਂ ਐਪੀਹੀਲੀਅਨ ਕਹਿੰਦੇ ਹਾਂ, ਦੂਸਰੀ ਨੂੰ ਅਸੀਂ ਪੈਰੀਹੀਲੀਅਨ ਕਹਿੰਦੇ ਹਾਂ। ਇੱਕ ਸਥਿਤੀ ਜਿਹੜਾ ਐਪੀਹੀਲੀਅਨ ਆ ਉਹ 4 ਜੁਲਾਈ ਨੂੰ ਹੁੰਦਾ ਤੇ ਪੈਰੀਹੀਲੀਅਨ ਦੀ ਜਿਹੜੀ ਸਥਿਤੀ ਹੁੰਦੀ ਆ ਉਹ 3 ਜਨਵਰੀ ਹਰ ਸਾਲ ਹੁੰਦੀ ਹੈ। ਤਾਂ ਹੁਣ ਤੱਕ ਅਸੀਂ ਇਹ ਸਮਝ ਚੁੱਕੇ ਹਾਂ ਵੀ ਸਾਡੀ ਜਿਹੜੀ ਧਰਤੀ ਆ ਉਹ ਸੂਰਜ ਦੁਆਲੇ ਚੱਕਰ ਲਾਉਂਦੀ ਹੈ। ਬਾਰ-ਬਾਰ ਇਹ ਗੱਲ ਆਪਾਂ ਕਿਉਂ ਕਹਿ ਰਹੇ ਹਾਂ ਵੀ ਸੂਰਜ ਦੁਆਲੇ ਧਰਤੀ ਚੱਕਰ ਲਾਉਂਦੀ ਹੈ? ਕਿਉਂਕਿ ਹੁਣ ਤੱਕ ਸਾਨੂੰ ਇਹੀ ਸਮਝਾਇਆ ਜਾਂਦਾ ਤੇ ਬਹੁਤ ਸਾਰੇ ਲੋਕ ਇਹ ਵੀ ਅੱਜ ਤੱਕ ਮਤਲਬ ਇਹ ਸਮਝਦੇ ਨੇ ਵੀ ਸੂਰਜ ਆ ਜਿਹੜਾ ਉਹ ਧਰਤੀ ਦਾ ਚੱਕਰ ਲਾਉਂਦਾ ਵਾ। ਤਾਂ ਆਪਾਂ ਇਹਦੇ ਪ੍ਰਭਾਵ ਸਮਝਾਂਗੇ ਵੀ ਪ੍ਰਿਥਵੀ ਜਦੋਂ ਸੂਰਜ ਦਾ ਚੱਕਰ ਲਾਉਂਦੀ ਆ ਤਾਂ ਸਾਨੂੰ ਕਿਹੜੀਆਂ ਚੀਜ਼ਾਂ ਤੋਂ ਪਤਾ ਲੱਗਦਾ ਵੀ ਵਾਕਈ ਧਰਤੀ ਸੂਰਜ ਦੁਆਲੇ ਘੁੰਮ ਰਹੀ ਹੈ। ਤਾਂ ਇੱਥੇ ਆਪਾਂ ਸਮਝ ਰਹੇ ਹਾਂ ਧੁਰੀ ਉੱਤੇ ਝੁਕਾਅ, ਭਾਵ ਸਾਡੀ ਜਿਹੜੀ ਧਰਤੀ ਆ ਉਹ 90 ਡਿਗਰੀ ਤੇ ਕੋਣ ਤੇ ਨਹੀਂ ਚੱਲ ਰਹੀ, 66.5 ਡਿਗਰੀ ਦੇ ਕੋਣ ਤੇ ਚੱਲ ਰਹੀ ਆ। ਤੇ ਜਿਸ ਵੇਲੇ ਇਹ ਸੂਰਜ ਦੁਆਲੇ ਚੱਕਰ ਲਾ ਰਹੀ ਹੁੰਦੀ ਆ ਉਸ ਵੇਲੇ ਇੱਕ ਟਾਈਮ ਇੱਕ ਧਰੁਵ ਹੀ ਜਿਹੜਾ ਸਾਡਾ ਵਾ ਉਹ ਸੂਰਜ ਤੋਂ ਧੁੱਪ ਜਾਂ ਕਹਿ ਦਿਓ ਰੌਸ਼ਨੀ ਪ੍ਰਾਪਤ ਕਰ ਰਿਹਾ ਹੁੰਦਾ। ਕਾਰਨ 66.5 ਡਿਗਰੀ ਦੇ ਕੋਣ ਤੇ ਝੁਕਿਆ ਹੋਣਾ। ਜੇਕਰ 90 ਡਿਗਰੀ ਤੇ ਹੁੰਦਾ ਤਾਂ ਸਥਿਤੀ ਹੋਰ ਹੋਣੀ ਸੀ। ਤਾਂ ਇੱਥੇ ਆਪਾਂ ਸਮਝ ਪਾ ਰਹੇ ਹਾਂ ਵੀ ਸੂਰਜ ਤੋਂ ਜਦੋਂ ਰੌਸ਼ਨੀ ਸਾਨੂੰ ਮਿਲ ਰਹੀ ਆ, ਧਰਤੀ ਦਾ ਜਿਹੜਾ ਝੁਕਾਅ ਆ ਉਹਦੇ ਕਰਕੇ ਇੱਕ ਧਰੁਵ ਜਿਹੜਾ ਹੈਗਾ ਸਾਡਾ ਉਹ ਸੂਰਜ ਵਾਲੇ ਪਾਸੇ ਆ। ਜਿੱਦਾਂ ਉੱਤਰੀ ਧਰੁਵ ਜਦੋਂ ਸੂਰਜ ਵਾਲੇ ਪਾਸੇ ਹੁੰਦਾ ਤਾਂ ਉੱਤਰੀ ਧਰੁਵ ਦੇ ਉੱਪਰ ਕਿਹਾ ਜਾਂਦਾ ਵੀ ਅਸੀਂ ਕਹਿੰਦੇ ਆ ਵੀ ਜਿਹੜੇ 6 ਮਹੀਨੇ ਦਾ ਦਿਨ ਹੁੰਦਾ। ਇਹ ਵਾਲੀ ਸਥਿਤੀ ਆ, ਇਹਦੇ ਵਿੱਚ ਉੱਤਰੀ ਧਰੁਵ ਦੇ ਜਿਹੜੇ ਨੇੜੇ ਵਾਲੇ ਇਲਾਕੇ ਨੇ ਉਹਨਾਂ ਦੇ ਵਿੱਚ ਜਿਹੜੇ ਦਿਨ ਨੇ ਉਹ ਲੰਬੇ ਹੋ ਜਾਂਦੇ ਨੇ ਤੇ ਦੱਖਣੀ ਧਰੁਵ ਦੇ ਵਿੱਚ ਜਿਹੜੀ ਸਥਿਤੀ ਆ ਉਹ ਬਿਲਕੁਲ ਉਲਟ ਚੱਲ ਰਹੀ ਹੁੰਦੀ ਆ। ਉੱਧਰ ਰਾਤ ਕਹਿ ਦਿਓ ਜਾਂ ਕਹਿ ਦਿਓ ਵੀ ਉੱਧਰ ਜਿਹੜੇ ਦਿਨ ਨੇ ਉਹ ਛੋਟੇ ਹੁੰਦੇ ਆ। 6 ਮਹੀਨਿਆਂ ਲਈ ਸੂਰਜ ਵੱਲ ਜਿਹੜਾ ਵਾ ਉੱਤਰੀ ਧਰੁਵ ਵੱਲ ਝੁਕਿਆ ਹੁੰਦਾ, ਇਸ ਲਈ ਜ਼ਿਆਦਾਤਰ ਹਿੱਸਾ ਸੂਰਜ ਦੀ ਰੌਸ਼ਨੀ ਹੈ ਜਿਹੜੀ ਉਹ ਉੱਤਰੀ ਧਰੁਵ ਜਦੋਂ ਪ੍ਰਾਪਤ ਕਰਦਾ। ਦੱਖਣੀ ਧਰੁਵ ਦੇ ਵਿੱਚ ਅਜਿਹਾ ਨਹੀਂ ਹੁੰਦਾ। ਪਰ ਜਿਵੇਂ ਹੀ ਧਰਤੀ ਆਪਣੀ ਸਥਿਤੀ ਨੂੰ ਬਦਲਦੀ ਆ, ਚੇਂਜ ਕਰਦੀ ਆ, ਤਾਂ ਫਿਰ ਸਾਨੂੰ ਮਹਿਸੂਸ ਹੁੰਦਾ ਵੀ ਦਿਨ ਤੇ ਰਾਤ ਕੀ ਹੋ ਗਏ ਵੀ ਬਰਾਬਰ ਹੋ ਗਏ ਤੇ ਨਾ ਸਰਦੀ ਆ ਤੇ ਨਾ ਗਰਮੀ ਆ। ਕਹਿਣ ਦਾ ਭਾਵ ਇਹ ਹੋ ਗਿਆ ਵੀ ਜਦੋਂ ਭੂਮੱਧ ਰੇਖਾ ਦੇ ਉੱਪਰ ਸੂਰਜ ਦੀਆਂ ਕਿਰਨਾਂ ਪੈ ਰਹੀਆਂ ਹੁੰਦੀਆਂ ਨੇ ਤਾਂ ਪੂਰੀ ਧਰਤੀ ਦੇ ਉੱਪਰ ਭੂਮੱਧ ਰੇਖਾ ਦੇ ਉੱਪਰ ਤਾਂ ਚਲੋ ਆਪਾਂ ਕਹਿ ਹੀ ਦਿੰਦੇ ਹਾਂ ਵੀ ਉੱਥੇ ਦਿਨ ਰਾਤ ਬਰਾਬਰ ਨੇ, ਪਰ ਬਾਕੀ ਪੂਰੀ ਧਰਤੀ ਦੇ ਉੱਪਰ ਵੀ ਦਿਨ ਰਾਤ ਜਿਹੜੇ ਕੀ ਹੋ ਜਾਂਦੇ ਨੇ ਬਰਾਬਰ ਹੋ ਜਾਂਦੇ ਨੇ ਤੇ ਮੌਸਮ ਜਿਹੜਾ ਵਾ ਉਹ ਇੱਕੋ ਜਿਹਾ ਹੋ ਜਾਂਦਾ ਜਿੱਦਾਂ ਅਸੀਂ ਭਾਰਤ ਦੇ ਵਿੱਚ ਰਹਿ ਕੇ ਅਸੀਂ ਮਹਿਸੂਸ ਕਰਦੇ ਹਾਂ। ਤੇ ਜਿਵੇਂ ਜਿਵੇਂ ਫਿਰ ਦੁਬਾਰਾ ਸੂਰਜ ਦੀਆਂ ਕਿਰਨਾਂ ਨੇ ਜਿਹੜੀਆਂ ਭੂਮੱਧ ਰੇਖਾ ਤੋਂ ਅੱਗੇ ਦੱਖਣੀ ਧਰੁਵ ਵੱਲ ਨੂੰ ਚੱਲਣਾ ਸਟਾਰਟ ਕਰਦੀਆਂ ਨੇ ਤਾਂ ਫਿਰ ਦੱਖਣੀ ਧਰੁਵ ਦੇ ਵਿੱਚ ਜਿਹੜੇ ਦਿਨ ਨੇ ਉਹ ਵੱਡੇ ਹੋ ਜਾਂਦੇ ਨੇ ਤੇ ਉੱਤਰੀ ਧਰੁਵ ਦੇ ਵਿੱਚ ਸਥਿਤੀ ਹੈ ਜਿਹੜੀ ਉਹ ਉਲਟ ਹੋ ਜਾਂਦੀ ਆ। ਫਰਕ ਆ ਜਿਹੜਾ ਉਹ ਮਹਿਸੂਸ ਸਾਨੂੰ ਹੁੰਦਾ। ਮਹਿਸੂਸ ਕਰਦੇ ਹਾਂ ਨਾ ਅਸੀਂ ਦਿਨ ਆਪਣੀ ਲਾਈਫ ਦੇ ਵਿੱਚ ਵੀ ਕਈ ਵਾਰ ਜਿਹੜੇ ਦਿਨ ਨੇ ਜਿਹੜੇ ਉਹ ਬਹੁਤ ਛੋਟੇ ਹੋ ਜਾਂਦੇ ਨੇ ਸਰਦੀ 'ਚ,
ਗਰਮੀਆਂ ਦੇ ਵਿੱਚ ਜਿਹੜੇ ਦਿਨ ਨੇ ਉਹ ਬਹੁਤ ਵੱਡੇ ਹੁੰਦੇ ਨੇ, ਸਾਰਾ ਦਿਨ ਖਤਮ ਹੋਣ ਦਾ ਹੀ ਨਾਮ ਨਹੀਂ ਲੈਂਦੇ ਹੈਗੇ। ਤਾਂ ਇਹ ਕਿਉਂ ਹੋ ਰਿਹਾ? ਰਾਤਾਂ ਕਿਉਂ ਛੋਟੀਆਂ ਨੇ, ਦਿਨ ਕਿਉਂ ਵੱਡੇ ਨੇ? ਕਿਉਂਕਿ ਇਸ ਵੇਲੇ ਉੱਤਰੀ ਧਰੁਵ ਆ ਜਿਹੜਾ ਉਹ ਸੂਰਜ ਵੱਲ ਨੂੰ ਕੀ ਹੋਇਆ ਵਾ, ਝੁਕਿਆ ਹੋਇਆ ਵਾ। ਓਕੇ ਪਿਆਰੇ ਵਿਦਿਆਰਥੀਓ, ਅਸੀਂ ਹੁਣ ਸਮਝਾਂਗੇ ਵੀ ਜੇਕਰ ਧਰਤੀ ਸੂਰਜ ਦੁਆਲੇ ਚੱਕਰ ਲਾਉਂਦੀ ਆ ਤਾਂ ਧਰਤੀ ਦੇ ਉੱਪਰ ਸਾਨੂੰ 3 ਤਰ੍ਹਾਂ ਦੇ ਤਾਪਖੰਡ ਦੇਖਣ ਨੂੰ ਮਿਲਦੇ ਆ। ਇਹ ਤਾਪਖੰਡ ਬਹੁਤ ਇੰਪੋਰਟੈਂਟ ਨੇ ਕਿਉਂਕਿ ਇਹਨਾਂ ਨੂੰ ਜਦੋਂ ਅਸੀਂ ਸਮਝ ਲਵਾਂਗੇ ਚੰਗੇ ਤਰੀਕੇ ਦੇ ਨਾਲ ਤਾਂ ਸਾਨੂੰ ਅੱਗੇ ਧਰਤੀ ਦੇ ਉੱਪਰ ਵੱਖ-ਵੱਖ ਫਸਲਾਂ, ਵੱਖ-ਵੱਖ ਜਿਹੜੀਆਂ ਚੀਜ਼ਾਂ ਨੇ ਉਹ ਕਿਉਂ ਅਲੱਗ-ਅਲੱਗ ਥਾਵਾਂ 'ਤੇ ਮਿਲਦੀਆਂ ਨੇ ਜਾਂ ਹੁੰਦੀਆਂ ਨੇ, ਉਹਨਾਂ ਨੂੰ ਵੀ ਸਮਝਣਾ ਕੀ ਹੋ ਜਾਊਗਾ, ਬਹੁਤ ਜ਼ਿਆਦਾ ਸੌਖਾ ਹੋ ਜਾਊਗਾ। ਪ੍ਰਿਥਵੀ ਆਪਣੀ ਧੁਰੀ ਦੁਆਲੇ ਇੱਕੋ ਦਿਸ਼ਾ ਵਿੱਚ ਝੁਕੇ ਰਹਿਣ ਕਰਕੇ ਵਾਰਸ਼ਿਕ ਗਤੀ ਸਦਕਾ ਧਰਤੀ ਉੱਪਰ ਕਈ ਤਾਪਖੰਡ ਬਣਦੇ ਆ। ਕਿਹੜੇ-ਕਿਹੜੇ ਤਾਪਖੰਡ ਬਣਦੇ ਆ ਇਹਦੇ ਬਾਰੇ ਆਪਾਂ ਸਮਝਾਂਗੇ। ਸੂਰਜ ਦੀਆਂ ਜਿਹੜੀਆਂ ਕਿਰਨਾਂ ਨੇ ਉਹ ਸਿੱਧੀਆਂ ਕਿੱਥੇ ਪੈਂਦੀਆਂ ਨੇ ਸਾਨੂੰ ਪਤਾ ਹੈ, ਉਹ ਹੈਗਾ ਵਾ ਭੂਮੱਧ ਰੇਖਾ, ਜਿਹਨੂੰ ਕਿ ਅਸੀਂ ਇਕੁਏਟਰ ਕਹਿੰਦੇ ਆ। ਅਤੇ ਭੂਮੱਧ ਰੇਖਾ ਦੇ ਉੱਪਰ ਜਿਹੜਾ ਤਾਪਮਾਨ ਆ ਉਹ ਸਾਰਾ ਸਾਲ ਜਿਹੜਾ ਵਾ ਜ਼ਿਆਦਾ ਪਾਇਆ ਜਾਂਦਾ ਵਾ। ਪਰ ਜਦੋਂ ਅਸੀਂ ਕਹਿੰਦੇ ਆ ਵੀ ਭੂਮੱਧ ਰੇਖਾ ਤੋਂ ਉੱਤਰੀ ਧਰੁਵ ਵੱਲ ਨੂੰ ਜਾਂਦੇ ਆ ਤਾਂ 23.5 ਡਿਗਰੀ ਦੀ ਇੱਕ ਰੇਖਾ ਵਾ, ਉੱਤਰੀ ਧਰੁਵ ਵੱਲ 23.5 ਡਿਗਰੀ ਦੀ ਰੇਖਾ ਵਾ। ਉਹਦਾ ਕੀ ਨਾਮ ਆ? ਉਹਦਾ ਨਾਮ ਹੈਗਾ ਵਾ ਕਰਕ ਰੇਖਾ। ਜਦੋਂ ਅਸੀਂ ਦੱਖਣੀ ਧਰੁਵ ਵੱਲ ਜਾਂਦੇ ਆ ਤਾਂ ਫਿਰ 23.5 ਡਿਗਰੀ ਦੀ ਇੱਕ ਰੇਖਾ, ਉਹਦਾ ਨਾਮ ਕੀ ਹੈਗਾ ਵਾ? ਮਕਰ ਰੇਖਾ। ਹੁਣ ਅਸੀਂ ਭੂਮੱਧ ਰੇਖਾ ਤੋਂ ਕਰਕ ਰੇਖਾ, ਭੂਮੱਧ ਰੇਖਾ ਤੋਂ ਮਕਰ ਰੇਖਾ, ਇਸ ਸਾਰੇ ਇਲਾਕੇ ਨੂੰ ਕਹਿੰਦੇ ਆ ਊਸ਼ਣ ਖੰਡ। ਇਹ ਧਰਤੀ ਦਾ ਸਭ ਤੋਂ ਗਰਮ ਇਲਾਕਾ ਵਾ। ਫਿਰ ਕਰਕ ਰੇਖਾ ਤੋਂ ਲੈ ਕੇ ਅਗਲਾ ਜਿਹੜਾ ਕਹਿੰਦੇ ਆ ਉਹਨੂੰ ਕਹਿੰਦੇ ਆ ਉੱਤਰ ਧਰੂਵੀ ਚੱਕਰ। ਫਿਰ ਹੇਠਲੇ ਪਾਸੇ ਹੈਗਾ 66.5 ਡਿਗਰੀ ਦਾ ਦੱਖਣ ਧਰੂਵੀ ਚੱਕਰ। ਇਸ ਵਿਚਕਾਰਲੇ ਹਿੱਸੇ ਨੂੰ ਅਸੀਂ ਕਹਿੰਦੇ ਆ ਸ਼ੀਤ ਊਸ਼ਣ, ਭਾਵ ਭੂਮੱਧ ਰੇਖਾ ਤੋਂ ਘੱਟ ਗਰਮ ਪਰ ਧਰੁਵਾਂ ਤੋਂ ਜ਼ਿਆਦਾ ਗਰਮ। ਅਤੇ ਧਰੁਵ ਨੇ ਜਿਹੜੇ ਉਹ ਸਾਨੂੰ ਪਤਾ ਉਹ ਹਮੇਸ਼ਾ ਹੀ ਕੀ ਰਹਿੰਦੇ ਨੇ? ਜੰਮੇ ਰਹਿੰਦੇ ਨੇ। ਤਾਂ ਇਸ ਤਰੀਕੇ ਦੇ ਨਾਲ ਅਸੀਂ ਧਰਤੀ ਨੂੰ ਵੱਖ-ਵੱਖ ਤਾਪਖੰਡਾਂ 'ਚ ਪੜ੍ਹ ਲਿਆ। ਕਿਹੜੇ-ਕਿਹੜੇ ਤਾਪਖੰਡਾਂ ਦੀ ਗੱਲ ਕੀਤੀ? ਊਸ਼ਣ, ਨੰਬਰ 2 ਸ਼ੀਤ ਊਸ਼ਣ, ਤੀਸਰਾ ਸ਼ੀਤਖੰਡ। ਪਿਆਰੇ ਵਿਦਿਆਰਥੀ, ਹੁਣ ਅਸੀਂ ਸਮਝਾਂਗੇ ਵੀ ਧਰਤੀ ਜਦੋਂ ਘੁੰਮਦੀ ਆ ਤਾਂ ਧਰਤੀ ਦੇ ਉੱਪਰ ਮੌਸਮ ਬਦਲਦੇ ਨੇ। ਬਿਲਕੁਲ, ਜੇ ਧਰਤੀ ਰੁਕੀ ਹੁੰਦੀ ਤਾਂ ਫਿਰ ਸਾਨੂੰ ਧਰਤੀ ਉੱਪਰ ਇੱਕ ਹੀ ਜਿਹੜਾ ਸੀਜ਼ਨ ਜਾਂ ਮੌਸਮ ਆ ਜਿਹੜਾ ਉਹ ਮਹਿਸੂਸ ਹੋਣਾ ਸੀ। ਇਹ ਜਿਹੜੇ ਮੌਸਮ ਨੇ ਉਹ ਕਿਉਂ ਬਦਲਦੇ ਨੇ? ਕਿਉਂਕਿ ਧਰਤੀ ਸੂਰਜ ਦੁਆਲੇ ਆਪਣਾ ਜਿਹੜਾ ਚੱਕਰ ਆ ਉਹ ਪੂਰਾ ਕਰ ਰਹੀ ਹੁੰਦੀ ਹੈ। ਇਹਦੇ ਵਿੱਚ 2 ਮੁੱਖ ਕਾਰਨ ਨੇ। ਪਹਿਲਾ ਹੈਗਾ ਧਰਤੀ ਦੀ ਵਾਰਸ਼ਿਕ ਗਤੀ, ਕਿ ਬਿਲਕੁਲ ਧਰਤੀ ਸੂਰਜ ਦੁਆਲੇ ਚੱਕਰ ਪੂਰਾ ਕਰਦੀ ਹੈ। ਇੱਕ ਸਾਲ ਦੇ ਵਿੱਚ ਸਾਨੂੰ 4 ਜਿਹੜੇ ਮੌਸਮ ਨੇ ਉਹ ਦੇਖਣ ਨੂੰ ਮਿਲ ਜਾਂਦੇ ਨੇ। ਪ੍ਰਿਥਵੀ ਦੀ ਧੁਰੀ ਦਾ ਇੱਕੋ ਦਿਸ਼ਾ ਦੇ ਵਿੱਚ ਹਮੇਸ਼ਾ ਝੁਕੇ ਰਹਿਣਾ। ਇਹ ਆਪਾਂ ਪਹਿਲਾਂ ਕਹਿ ਚੁੱਕੇ ਹਾਂ ਵੀ ਧਰਤੀ 66.5 ਡਿਗਰੀ ਦੇ ਕੋਣ 'ਤੇ ਝੁਕੀ ਹੋਈ ਆ, ਜਿਹਦੇ ਕਰਕੇ ਇੱਕ ਟਾਈਮ ਇੱਕ ਧਰੁਵ ਜਿਹੜਾ ਹੈਗਾ ਉਹ ਜ਼ਿਆਦਾ ਰੌਸ਼ਨੀ ਜਿਹੜੀ ਉਹ ਪ੍ਰਾਪਤ ਕਰਦਾ ਵਾ। ਤਾਂ ਕਹਿਣ ਦਾ ਭਾਵ ਇਹ ਹੋ ਗਿਆ ਵੀ ਧਰਤੀ ਦੇ ਉੱਪਰ ਜੇ ਸਾਨੂੰ 4 ਤਰ੍ਹਾਂ ਦੇ ਮੌਸਮ ਜਿਹੜੇ ਸੀਜ਼ਨ ਨੇ ਉਹ ਮਿਲ ਰਹੇ ਹੁੰਦੇ ਨੇ ਤਾਂ ਉਹਦਾ ਮੇਨ ਕਾਰਨ ਸੂਰਜ ਦੁਆਲੇ ਧਰਤੀ ਦਾ ਚੱਕਰ ਪੂਰਾ ਕਰਨਾ ਆ। ਓਕੇ, ਤਾਂ ਹੁਣ ਜਿਹੜੇ 4 ਮੌਸਮ ਨੇ ਉਹਨਾਂ ਬਾਰੇ ਆਪਾਂ ਸਮਝਾਂਗੇ। ਤਾਂ ਜੇਕਰ ਆਪਾਂ ਸਟਾਰਟ ਕਰੀਏ 21 ਜੂਨ, ਹੁਣੇ ਜੂਨ ਮਹੀਨਾ ਨਿਕਲ ਕੇ ਗਿਆ। ਸਾਡੇ ਉੱਤਰੀ ਧਰੁਵ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਦਿਨ ਹੈਗਾ ਵਾ ਉਹ 21 ਜੂਨ ਕਿਹਾ ਜਾਂਦਾ, ਪਰ ਦੱਖਣੀ ਧਰੁਵ ਦੇ ਵਿੱਚ 21 ਜੂਨ ਆ ਜਿਹੜਾ ਉਹ ਸਭ ਤੋਂ ਛੋਟਾ ਦਿਨ ਗਿਣਿਆ ਜਾਂਦਾ ਵਾ। 21 ਜੂਨ ਵਾਲੇ ਦਿਨ ਸੂਰਜ ਦੀਆਂ ਕਿਰਨਾਂ ਕਿਹੜੀ ਰੇਖਾ ਦੇ ਉੱਪਰ ਪੈ ਰਹੀਆਂ ਹੁੰਦੀਆਂ ਨੇ? 21 ਜੂਨ ਵਾਲੇ ਦਿਨ ਸੂਰਜ ਦੀਆਂ ਕਿਰਨਾਂ ਕਰਕ ਰੇਖਾ ਦੇ ਉੱਪਰ ਪੈ ਰਹੀਆਂ ਹੁੰਦੀਆਂ ਨੇ। ਜਦੋਂ ਕਰਕ ਰੇਖਾ ਦੇ ਉੱਪਰ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ ਤਾਂ ਕਰਕ ਰੇਖਾ ਦੇ ਉੱਪਰ ਮਿਲਣ ਵਾਲੇ ਸਾਰੇ ਦੇਸ਼ਾਂ ਦੇ ਵਿੱਚ, ਖਾਸ ਕਰ ਜਿੱਦਾਂ ਅਸੀਂ ਸਾਡਾ ਭਾਰਤ ਦੇਸ਼ ਆ, ਤਾਂ ਇੱਥੇ ਜਿਹੜੇ ਦਿਨ ਨੇ ਉਹ ਵੱਡੇ ਹੁੰਦੇ ਨੇ, ਰਾਤਾਂ ਨੇ ਜਿਹੜੀਆਂ ਉਹ ਛੋਟੀਆਂ ਹੁੰਦੀਆਂ ਨੇ, ਅਤੇ ਗਰਮੀ ਦਾ ਮੌਸਮ ਚੱਲ ਰਿਹਾ ਹੁੰਦਾ। ਅਸੀਂ ਬਹੁਤ ਜ਼ਿਆਦਾ ਗਰਮੀ ਹੈ ਜਿਹੜੀ ਉਹ ਮਹਿਸੂਸ ਕਰ ਰਹੇ ਹੁੰਦੇ ਹਾਂ। ਅਗਲੀ ਜਿਹੜੀ ਤਰੀਕ ਹੈਗੀ ਆ ਉਹ ਹੈਗੀ ਆ, ਜੇ ਆਪਾਂ ਕਹਿੰਦੇ ਜਦੋਂ ਧਰਤੀ ਆਪਣੀ ਸਥਿਤੀ ਚੇਂਜ ਕਰਦੀ ਆ ਤਾਂ ਅਗਲੀ ਜਿਹੜੀ ਤਰੀਕ ਆ ਉਹ ਕੀ ਆ? 23 ਸਤੰਬਰ ਆ। ਇਹਨੂੰ ਆਪਾਂ ਇਸ ਤਰੀਕੇ ਦੇ ਨਾਲ ਵੀ ਸਮਝ ਸਕਦੇ ਹਾਂ ਵੀ ਧਰਤੀ ਆ ਜਿਹੜੀ ਉਹ ਹੌਲੀ ਹੌਲੀ ਆਪਣੀ ਸਥਿਤੀ ਨੂੰ ਕੀ ਕਰਦੀ ਆ? ਉਹ ਚੇਂਜ ਕਰਦੀ ਆ। ਅਚਾਨਕ ਮੌਸਮ ਨਹੀਂ ਬਦਲਦੇ, ਧਰਤੀ ਹੌਲੀ ਹੌਲੀ ਆਪਣੀ ਜਿਹੜੀ ਸਥਿਤੀ ਆ ਉਹਨੂੰ ਚੇਂਜ ਕਰਦੀ ਆ। ਤਾਂ 21 ਜੂਨ ਤੋਂ ਬਾਅਦ ਧਰਤੀ ਘੁੰਮਦੀ ਹੋਈ ਜਦੋਂ ਆਪਣੇ ਗ੍ਰਹਿ ਪਥ 'ਤੇ ਅੱਗੇ ਵੱਧ ਜਾਂਦੀ ਆ ਤਾਂ ਸੂਰਜ ਦੀਆਂ ਕਿਰਨਾਂ ਨੇ ਜਿਹੜੀਆਂ ਉਹ ਭੂਮੱਧ ਰੇਖਾ ਦੇ ਉੱਪਰ ਪੈਣ ਲੱਗ ਜਾਂਦੀਆਂ ਨੇ। ਜਦੋਂ ਸੂਰਜ ਦੀਆਂ ਕਿਰਨਾਂ ਭੂਮੱਧ ਰੇਖਾ 'ਤੇ ਪੈਂਦੀਆਂ ਨੇ ਤਾਂ ਦਿਨ ਅਤੇ ਰਾਤ ਕੀ ਹੋ ਜਾਂਦੇ ਨੇ? ਬਰਾਬਰ ਹੋ ਜਾਂਦੇ ਨੇ। ਜਦੋਂ ਦਿਨ ਅਤੇ ਰਾਤ ਬਰਾਬਰ ਹੋ ਜਾਂਦੇ ਨੇ ਤਾਂ ਫਿਰ ਮੌਸਮ ਇੱਕੋ ਜਿਹਾ ਹੋ ਜਾਂਦਾ। ਜੇ ਆਪਾਂ ਇਹ ਸਵਾਲ ਕਰੀਏ ਵੀ ਗਰਮੀ ਤੋਂ ਬਾਅਦ ਆਮ ਤੌਰ 'ਤੇ ਜਦੋਂ ਬੱਚਿਆਂ ਨੂੰ ਪੁੱਛਿਆ ਜਾਂਦਾ ਵੀ 4 ਜਿਹੜੇ ਸੀਜ਼ਨ ਨੇ, ਮੌਸਮ ਨੇ, ਉਹ ਕਿਹੜੇ ਨੇ, ਤਾਂ ਉਹ ਜਵਾਬ ਦਿੰਦੇ ਨੇ
ਗਰਮੀ, ਸਰਦੀ, ਪਤਝੜ, ਬਸੰਤ। ਇੱਦਾਂ ਤਾਂ ਨਹੀਂ ਹੈਗਾ ਅਸਲ ਦੇ ਵਿੱਚ ਆਪਾਂ ਕਹਿੰਦੇ ਹਾਂ ਗਰਮੀ, ਗਰਮੀ ਤੋਂ ਬਾਅਦ ਬੱਚਿਓ ਪਤਝੜ। ਤਾਂ ਜਿਹੜਾ 23 ਸਤੰਬਰ ਦਾ ਦਿਨ ਆਉਂਦਾ ਉਹ ਕਿਹੜਾ ਵਾ, ਉਹ ਪਤਝੜ ਦਾ ਵਾ। ਇਸ ਵੇਲੇ ਭੂਮੱਧ ਰੇਖਾ ਦੇ ਉੱਪਰ ਤਾਂ ਦਿਨ ਨੇ ਜਿਹੜੇ ਉਹ ਬਰਾਬਰ ਹੀ ਨੇ, ਪਰ ਸਾਡੇ ਭਾਰਤ ਦੇ ਵਿੱਚ ਜਾਂ ਕਹਿ ਦਿਓ ਇਹ ਜਿਹੜੇ ਭੂਮੱਧ ਰੇਖਾ, ਇਸ ਕਰਕੇ ਜਿਹੜੇ ਦਿਨ ਨੇ ਉਹ 12-12 ਘੰਟੇ ਦੇ ਬਰਾਬਰ ਹੋ ਜਾਂਦੇ ਨੇ। ਅਤੇ ਅਗਲੀ ਜਿਹੜੀ ਸਥਿਤੀ ਆ, ਧਰਤੀ ਫਿਰ ਅੱਗੇ ਘੁੰਮਦੀ ਹੈਗੀ ਆ। ਫਿਰ ਜਿਹੜਾ ਮਹੀਨਾ ਜਾਂ ਕਹਿ ਦਿੰਦੇ ਆਪਾਂ ਹੈਗਾ 22 ਦਸੰਬਰ ਦਾ। ਤਾਂ 22 ਦਸੰਬਰ ਨੂੰ ਜਿਹੜੀਆਂ ਸੂਰਜ ਦੀਆਂ ਜਿਹੜੀਆਂ ਕਿਰਨਾਂ ਨੇ ਉਹ ਮਕਰ ਰੇਖਾ ਦੇ ਉੱਪਰ ਪੈ ਰਹੀਆਂ ਹੁੰਦੀਆਂ ਨੇ। ਤਾਂ ਆਸਟ੍ਰੇਲੀਆ ਦੇ ਵਿੱਚ ਉਸ ਟਾਈਮ ਬਹੁਤ ਜ਼ਿਆਦਾ ਗਰਮੀ ਹੋ ਰਹੀ ਹੁੰਦੀ ਆ, ਅਤੇ ਭਾਰਤ ਦੇ ਵਿੱਚ ਜਿਹੜੀ ਆ ਉਹ ਬਹੁਤ ਜ਼ਿਆਦਾ ਜਿਹੜੀ ਸਰਦੀ ਚੱਲ ਰਹੀ ਹੁੰਦੀ ਆ। ਤਾਂ ਇਸ ਸਥਿਤੀ ਨੂੰ ਅਸੀਂ, ਇਸ ਸੀਜ਼ਨ ਨੂੰ, ਇਸ ਮੌਸਮ ਨੂੰ ਅਸੀਂ ਸਰਦੀ ਦਾ ਨਾਮ ਦਿੰਦੇ ਹਾਂ। ਤਾਂ ਉਸ ਤੋਂ ਅੱਗੇ ਜਿਹੜਾ ਸਥਿਤੀ ਆ ਜਾਂਦੀ ਆ ਫਿਰ 21 ਮਾਰਚ ਦੀ। 21 ਮਾਰਚ ਨੂੰ ਅਸੀਂ ਬਸੰਤ ਰੁੱਤ ਜਿਹੜੀ ਉਹ ਕਹਿੰਦੇ ਆ। ਤਾਂ ਫਿਰ ਕਹਿਣ ਦਾ ਭਾਵ ਇਹ ਹੋ ਗਿਆ ਵੀ 21 ਮਾਰਚ ਤੋਂ ਬਾਅਦ ਫਿਰ ਅੱਗੇ ਜਿਹੜਾ ਕਹਿ ਦਿਓ ਵੀ ਮੌਸਮ ਹੈਗਾ ਵਾ, ਬਸੰਤ ਤੋਂ ਬਾਅਦ ਫਿਰ ਸਾਡੇ ਕੋਲ ਗਰਮੀ, ਗਰਮੀ ਤੋਂ ਬਾਅਦ ਫਿਰ ਪਤਝੜ, ਪਤਝੜ ਤੋਂ ਬਾਅਦ ਫਿਰ ਸਰਦੀ। ਲਗਾਤਾਰ ਜਿਹੜੀਆਂ ਰੁੱਤਾਂ ਨੇ ਇਹ ਇਸ ਤਰੀਕੇ ਦੇ ਨਾਲ ਚੱਲਦੀਆਂ ਰਹਿੰਦੀਆਂ ਨੇ। ਅਤੇ ਕਿਉਂ ਚੱਲਦੀਆਂ ਨੇ? ਕਿਉਂਕਿ ਧਰਤੀ ਆ ਜਿਹੜੀ ਉਹ ਆਪਣਾ ਇੱਕ ਚੱਕਰ ਆ ਜਿਹੜਾ ਉਹ ਪੂਰਾ ਕਰਦੀ ਹੈ। ਤਾਂ ਪਿਆਰੇ ਵਿਦਿਆਰਥੀਓ, ਮੈਨੂੰ ਪੂਰੀ ਉਮੀਦ ਹੈ ਵੀ ਤੁਹਾਨੂੰ ਅੱਜ ਦਾ ਜਿਹੜਾ ਸਾਡਾ ਟੌਪਿਕ ਸੀਗਾ ਪ੍ਰਿਥਵੀ ਦੀਆਂ ਗਤੀਆਂ, ਉਹ ਚੰਗੇ ਤਰੀਕੇ ਦੇ ਨਾਲ ਸਮਝ ਆ ਗਿਆ ਹੋਊਗਾ। ਫਿਰ ਵੀ ਕੋਈ ਤੁਹਾਡਾ ਸਵਾਲ ਹੋਇਆ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਆਪਣੇ ਅਧਿਆਪਕ ਸਾਹਿਬਾਨ ਨੇ ਜਿਹੜੇ ਉਹਨਾਂ ਤੋਂ ਜਿਹੜੇ ਸਮਝ ਸਕਦੇ ਹੋ। ਜੇਕਰ ਕੋਈ ਡਾਊਟ ਹੋਊਗਾ ਤਾਂ ਤੁਸੀਂ ਉਹਨੂੰ ਕਲੀਅਰ ਕਰੋਗੇ ਅਤੇ ਅੱਗੇ ਆਪਣੇ ਗਿਆਨ ਦੇ ਵਿੱਚ ਵਾਧਾ ਕਰੋਗੇ। ਧੰਨਵਾਦ।